29 ਅਗਸਤ ਨੂੰ ਨਾਨਕਸਰ ਅਸਥਾਨ ਦੇ ਉੱਤੇ ਜਿਹੜਾ ਉਹ ਬਰਸੀ ਮਨਾਈ ਗਈ ਸੀਗੀ ਨਾਨਕਸਰ ਦੇ ਮਹਾਂਪੁਰਸ਼ਾਂ ਦੀ। ਉਸ ਦਿਨ ਜਿਹੜੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੁਧਿਆਣੇ ਤੋਂ ਲੈ ਕੇ ਆਂਦੇ ਗਏ ਸੀ, ਉਹਨਾਂ ਦੇ ਵਿੱਚ ਮਰਿਆਦਾ ਦੀ ਜਿਹੜੀ ਕੁਤਾਹੀ ਹੋਈ ਸੀ। ਆ ਕੀ ਵੇਖਿਓ ਮੜਾ ਆਇਓ ਆ ਥੋੜੀ ਗੱਲ ਹੁੰਦੀ ਕੋਈ ਪਹਿਲਾਂ ਦੇ ਨਹੀਂ ਗਏ, ਪਹਿਲਾਂ ਦੇ ਨਹੀਂ ਮਹਾਰਾਜ ਦਾ ਸਰੂਪ ਹੈ ਨਾ ਵਿੱਚ ਬਰਾਹਿਮਾਨ ਹੈ ਨਾ। ਜਿਨ੍ਹਾਂ ਸੇਵਾਦਾਰਾਂ ਨੇ ਪਿਛਲੇ ਦਿਨੀ ਬਰਸੀ ਉੱਪਰ ਇਹ ਗਲਤੀ ਕੀਤੀ ਹੈ, ਉਸ ਦੀ ਮਾਫੀ ਸ੍ਰੀ ਅਕਾਲ ਤਖਤ ਦੇ ਪੰਜ ਪਿਆਰੇ ਸਾਹਿਬਾਨ ਦੇ ਅੰਮ੍ਰਿਤ ਸੰਚਾਰ ਸਮੇਂ ਪੇਸ਼ ਹੋ ਕੇ ਮੰਗਣ। ਪਿਛਲੀ 29 ਅਗਸਤ ਨੂੰ ਕੁਝ ਨਾਨਕਸਰ ਦੇ ਸੰਗੀ ਸੇਵਾਦਾਰਾਂ ਵੱਲੋਂ ਜੋ ਗ੍ਰਸਤੀ ਪਰਿਵਾਰਾਂ ਵੱਲੋਂ ਗੁਰੂ ਸਾਹਿਬ ਨੂੰ ਲਿਜਾਣ ਲੱਗਿਆਂ ਕੁਤਾਹੀ ਹੋਈ ਹੈ, ਅਵੱਗਿਆ ਹੋਈ ਹੈ। ਸਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਪਿਆਰੀ ਸਾਧ ਸੰਗਤ ਤੋਂ ਮਹਾਂਪੁਰਖ ਖੇਮਾ ਦੀ ਜਾਚਨਾ ਕਰਦੇ ਆ। ਅੱਗੇ ਤੋਂ ਇਸ ਚੀਜ਼ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਪੂਰਾ ਖਿਆਲ ਰੱਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਤਿਕਾਰ ਉਵੇਂ ਹੀ ਬਹਾਲ ਰੱਖੀ ਜਾਵੇਗੀ। ਧੰਨ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦਾ ਮਾਲਕ ਵਾ, ਪਾਤਸ਼ਾਹ ਦੇ ਪਾਤਸ਼ਾਹ ਵਾ। ਸਾਰੀ ਦੁਨੀਆ ਸੀਸ ਝੁਕਾਉਂਦੀ ਆ ਤੇ ਉਹਨੂੰ ਗੱਡੀਆਂ ਦੀਆਂ ਮਗਰਲੀਆਂ ਸੀਟਾਂ ਤੇ ਲੈ ਜਾਣਾ ਤੇ ਕੋਈ ਨੇ ਜਲ ਵੀ ਨਹੀਂ ਛਿੜਕਣਾ, ਕੋਈ ਮਾਨ ਮਰਿਆਦਾ ਨਹੀਂ ਰੱਖਣੀ। ਤੇ ਇਹ ਤੁਸੀਂ ਦੱਸੋ ਠੀਕ ਹੈ? ਤੇ ਉਹਨਾਂ ਨੇ ਮੰਨਿਆ ਕਿ ਇਹ ਬੜੀ ਵੱਡੀ ਭੁੱਲ ਹੋਈ ਆ, ਅਵੱਗਿਆ ਹੋਈ ਆ। ਜਿਨ੍ਹਾਂ ਸੇਵਾਦਾਰਾਂ ਵੱਲੋਂ ਇਹ ਭੁੱਲ ਹੋਈ ਹੈ, ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਅੱਗੇ ਪੇਸ਼ ਕੀਤਾ ਜਾਏਗਾ ਔਰ ਉਹ ਜਿਹੜੀ ਉਹਨਾਂ ਨੂੰ ਸਜ਼ਾ ਲਾਉਣਗੇ ਉਹ ਖਿੜੇ ਮੱਥੇ ਪ੍ਰਵਾਨ ਕੀਤੀ ਜਾਊਗੀ। ਜਿਹੜੇ ਕਾਰਾਂ ਸਰੂਪ ਜੁੱਤੀਆਂ ਪਾ ਕੇ ਲਗੇ ਉਹ ਸਾਰੇ ਸ਼ਾਮਲ ਜਿਹੜੇ ਜ਼ਿੰਮੇਵਾਰ ਸਨ ਉਸ ਵਕਤ, ਜਿਨ੍ਹਾਂ ਨੇ ਲਿਆਂਦੇ ਵੀ ਸਰੂਪ, ਉਹਨਾਂ ਨੇ ਕਿਹਾ ਵੀ ਉਹ ਸ਼ਾਮਲ ਹੋਣਗੇ, ਜਾਣਗੇ। ਹਾਂ, ਉਹਨਾਂ ਕਿਹਾ ਕਿ ਉਹ ਜਾਣਗੇ। ਉਹ ਪੰਜਾਂ ਪਿਆਰਿਆਂ ਕੋਲ ਜਿਹੜੇ ਅੰਮ੍ਰਿਤ ਸੰਚਾਰ ਜਥਾ ਉਹਨਾਂ ਕੋਲ ਪੇਸ਼ ਹੋ ਕੇ ਸੱਚੋ ਸੱਚ ਦੱਸਣਗੇ ਤੇ ਜੋ ਵੀ ਸਜ਼ਾ ਲਾਉਂਦੇ ਉਹਨੂੰ ਖੇੜ ਮੱਥੇ ਪ੍ਰਵਾਨ ਕਰਨਗੇ। ਇਹ ਕੋਤਰੀ ਦੇ ਵਿੱਚ ਗੁਰੂ ਸਾਹਿਬ ਦਾ ਬਹੁਤ ਵੱਡਾ ਨਰਾਦਰ ਕਰਦੇ ਹਨ ਤੇ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਬੈਠਦੇ ਹਨ, ਪਿੱਠ ਨਾਲ ਪਿੱਠ ਗ੍ਰੰਥੀ ਜੋੜਦਾ, ਇੱਧਰ ਵੀ ਗੁਰੂ ਸਾਹਿਬ, ਇੱਧਰ ਵੀ ਗੁਰੂ ਸਾਹਿਬ, ਤੇ ਦੋਨਾਂ ਦਾ ਹੀ ਪਿੱਠਾਂ ਜਿਹੜੀਆਂ ਵਾ ਉਹ ਗੁਰੂ ਸਾਹਿਬ ਵਾਲਾ ਹੁੰਦੀਆਂ। ਜਦੋਂ ਪਾਠੀ ਸਿੰਘ ਪਿੱਠ ਨਾਲ ਪਿੱਠ ਜੋੜ ਕੇ ਬਹਿੰਦੇ ਆ, ਗੁਰੂ ਸਾਹਿਬ ਪ੍ਰਕਾਸ਼ ਕਰਦੇ ਵੀ ਉਹ ਥੋੜੀ ਜੀ ਮਰਿਆਦਾ ਵਿਗੜਦੀ ਹੈ, ਜਿਹੜੀ ਉਹ ਵੀ ਆਪ ਜੀ ਸੰਭਾਲੋ। ਤੇ ਮਹਾਂਪੁਰਖਾਂ ਨੇ ਜ਼ਿੰਮੇਵਾਰੀਆਂ ਲਈਆਂ ਵੀ ਅਸੀਂ ਪੂਰਾ ਪਹਿਰਾ ਦੇਵਾਂਗੇ, ਗਾਂ ਨੂੰ ਇਹੋ ਜੀ ਗਲਤੀ ਨਹੀਂ ਹੋਏਗੀ। 90 ਸਰੂਪ ਡੇਰੇ ਦੇ ਵਿੱਚ ਵੈਸੇ ਪਏ ਆ, ਤਾਂ ਫਿਰ ਬਾਹਰੋਂ ਸਰੂਪ ਲਿਆਉਣ ਦੀ ਕੀ ਲੋੜ ਪੈ ਗਈ? ਇਹ ਈਰਖਾ ਕਿਉਂ? ਗੁਰੂ ਸਾਹਿਬ ਨੇ ਤੇ ਸਾਨੂੰ ਇੱਕੋ ਪਿਆਰ ਬਖਸ਼ਿਆ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਤੇ ਡੇਰੇਦਾਰ ਤਿੰਨ ਬਣੇ ਬੈਠੇ ਆ ਤੇ ਤਿੰਨਾਂ ਦੀ ਇੱਕ 'ਚ ਬਣਦੀ ਨਹੀਂ। ਤੇ ਮਹਾਰਾਜ ਦਾ ਸਰੂਪ ਜਿਹਦੇ ਕੋਲੇ ਪਏ ਆ 90, ਉਹਦੇ ਕੋਲੋਂ ਲਿਆਣ ਕੇ ਸੁਭਾਏਮਾਨ ਨਹੀਂ ਕਰਨੇ, ਪ੍ਰਕਾਸ਼ਮਾਨ ਨਹੀਂ ਕਰਨੇ ਤੇ ਦੂਰੋਂ ਮੰਗਾਉਣੇ ਆ। ਇਹ ਕਿਉਂ? ਗੁਰੂ ਸਾਹਿਬ ਨੇ ਤੇ ਸਾਨੂੰ ਇੱਕ ਕੀਤਾ ਵਾ। ਅਸੀਂ ਧੜੇ ਬੰਦੀਆਂ ਬਣਾ ਲਈਆਂ ਤੇ ਇਹ ਤੇ ਨਾਨਕ ਸਾਹਿਬ ਦਾ ਸੰਪਰਦਾ ਦੇ ਵਿੱਚ ਵੀ ਧੜੇ ਬੰਦੀਆਂ ਵਾ। ਉਹਨਾਂ ਨੇ ਮੰਨਿਆ ਵੀ ਤੇ ਸਾਨੂੰ ਨਮੋਸ਼ੀ ਵੀ ਮੰਨੀ ਵੀ ਇਹ ਗੱਲ ਨੂੰ ਉਹ ਚੁੱਪ ਕਰ ਗਏ ਸੀ। 12 ਦਿਨ ਪਹਿਲਾਂ ਗੁਰੂਸਰ ਕੌਂਕੇ ਸ਼ਹੀਦਾਂ ਦੇ ਪਿੰਡ ਮੀਟਿੰਗ ਹੋਈ ਸੀ। ਇਹੀ ਕੁਝ ਉੱਥੇ ਵੀ ਹੋ ਸਕਦਾ ਸੀਗਾ। ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ ਜਗਰਾਉਂ, ਅੱਜ ਤੁਸੀਂ ਫਿਰ ਇੱਥੇ ਬੈਠੇ, ਸੰਗਤਾਂ ਟੱਪਦੀਆਂ ਸੀ, ਬੜੀਆਂ ਹੈਰਾਨ ਸੀ। ਨਾਨਕ ਸਾਹਿਬ ਬੇਅਦਬੀ ਕਰਦੇ ਆ। ਮੈਂ ਜਿਹੜੀ ਗੱਲ ਕਹਿ ਰਿਹਾ ਕਿ ਉਹ ਚਾਹੁੰਦੇ ਸੀ ਕਿ ਬੰਦ ਕਮਰੇ 'ਚ ਬੈਠਣ ਸਾਡੇ ਨਾਲ। ਅਸੀਂ ਆਖਿਆ ਅਸੀਂ ਬੰਦ ਕਮਰੇ 'ਚ ਨਹੀਂ ਬਹਿਣਾ, ਜੇ ਤੁਸੀਂ ਸੰਗਤਾਂ ਦੇ ਸਾਹਮਣੇ ਰੂਬਰੂ ਬੈਠੋਗੇ ਤਾਂ ਤੁਹਾਡੇ ਨਾਲ ਬੈਠਣਾ ਸੀ। ਥਾਣੇ ਅਸੀਂ ਇਸ ਕਰਕੇ ਗਏ ਵੀ ਜਿਹੜਾ ਫਿਰ ਕਾਰਵਾਈ ਆ ਉਹ ਕਾਨੂੰਨੀ ਕਾਰਵਾਈ ਇਹਨਾਂ ਤੇ ਹੋਵੇ। ਜਿਹੜਾ ਅੱਜ ਅਸੀਂ ਬੈਠੇ ਕਿ ਸੰਗਤਾਂ ਨੂੰ ਜਾਣੂ ਕਰਾਈਏ ਕਿ ਇਹ ਸਾਧੂ ਦੇ ਰੂਪ ਵਿੱਚ ਕੌਣ ਬੈਠੇ ਹਨ, ਜਿਹੜੇ ਸੰਗਤਾਂ ਨੂੰ ਭੁਲੇਖੇ ਵਿੱਚ ਰੱਖ ਕੇ ਆਪ ਦਾ ਸਤਿਕਾਰ ਕਰਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨੂੰ ਪਿੱਠ ਦੇ ਰਿਹਾ। ਉਹ ਡਰਾਈ ਇਹ ਗੱਲ ਕਹਿੰਦੇ ਸਤਿਕਾਰ ਕਮੇਟੀ ਵਾਲਿਆਂ ਨੂੰ ਡੇਰੇ ਵੱਲੋਂ ਆਫਰ 'ਚ ਵੀ ਤੁਹਾਨੂੰ ਗੱਡੀਆਂ ਦੇ ਦਿੰਦੇ ਆ, ਸਾਡੇ ਨਾਲ ਸਮਝੌਤਾ। ਵੇਖੋ, ਇਹ ਅਫਵਾਹਾਂ ਲੋਕ ਉਡਾਉਂਦੇ ਹੁੰਦੇ ਆ। ਇਹ ਕਿ ਬਗਾਨੇ ਇਹ ਬਗਾਨੇ ਨਹੀਂ ਡਾਉਂਦੇ ਹੁੰਦੇ, ਆਪਦੇ ਡਾਉਂਦੇ ਹੁੰਦੇ ਆ। ਅਸੀਂ ਕਿਰਤੀ ਸਿੰਘ ਆ, ਅਸੀਂ ਤੇ ਆਪਦੇ ਬੱਚਿਆਂ ਦੀਆਂ ਮੂੰਹਾਂ ਦੇ ਵਿੱਚੋਂ ਖੋ ਕੇ ਵੀ ਗੱਡੀ 'ਚ ਤੇਲ ਪਾ ਕੇ ਜਿੱਥੇ ਵੀ ਗੁਰੂ ਸਾਹਿਬ ਦੇ ਨਰਾਦਰੀ ਹੁੰਦੀ ਆ ਤੇ ਸਤਿਕਾਰ ਕਮੇਟੀ ਪਹੁੰਚਦੀ ਆ। ਇਹ ਕਿਸੇ ਲਾਲਚ ਦੇ ਵਿੱਚ ਨਹੀਂ ਪਹੁੰਚਦੀ। ਇਹ ਤਾਂ ਇੱਕੋ ਇੱਕ ਸਾਡਾ ਮਕਸਦ ਵਾ ਵੀ ਜਿੰਨਾ ਚਿਰ ਜਿੰਦੇ ਤੇ ਜਾਨ ਹੈਗੀ ਆ, ਗੁਰੂ ਸਾਹਿਬ ਦੇ ਸਤਿਕਾਰ ਨੂੰ ਦੂਜੀ ਦੇ ਦੇਵਾਂਗੇ। ਜੇ ਕੋਈ ਕਾਲ ਕੁਤਾਹੀ ਵਰਤੀ ਜਾਂਦੀ ਹੈ ਤੇ ਉਹਦੇ ਜ਼ਿੰਮੇਵਾਰ ਮੁਖੀ ਪ੍ਰਬੰਧਕ ਬਾਬਾ ਜੀ ਹੁਣੀ ਕਿੰਨੇ ਜਿਹੜੇ ਆ। ਬਿਲਕੁਲ, ਜਿਹੜੀ ਪਿੱਛੇ ਸੇਵਾਦਾਰਾਂ ਤੋਂ ਕੋਈ ਅਵੱਗਿਆ ਹੋਈ ਹੈ, ਉਹਦੀ ਵੀ ਜ਼ਿੰਮੇਵਾਰੀ ਅਖੀਰੀ ਕਿਵੇਂ ਨਾ ਕਿਵੇਂ ਆ ਕੇ ਮਹਾਂਪੁਰਖਾਂ ਤੇ ਹੀ ਪਈ ਆ ਕੇ, ਤੇ ਗਾਂ ਨੂੰ ਵੀ ਮਹਾਂਪੁਰਖ ਜ਼ਿੰਮੇਵਾਰੀ ਲੈਣਗੇ। ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੁੰਦਾ ਰਿਹਾ ਮਾਮਲਾ,
ਔਰ ਸਿੱਖ ਸਫ਼ਿਆਂ ਦੇ ਵਿੱਚ ਵੀ ਬੜੀ ਚਰਚਾ ਦੇ ਵਿੱਚ ਰਿਹਾ ਕਿ ਨਾਨਕਸਰ ਕਲੇਰਾਂ ਦੇ ਵਿੱਚ ਗੁਰਮਰਿਆਦਾ ਦੇ ਵਿੱਚ ਕੁਤਾਹੀ ਹੋਈ ਹੈ। ਤਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾਵਾਂ ਤੇ ਨਾਨਕਸਰ ਸੰਪਰਦਾ ਦੇ ਜਿਹੜੇ ਹੈਗੇ ਆ ਮੁੱਖ ਜਿਹੜੇ ਮਹਾਂਪੁਰਸ਼ ਆਗੂ ਸਾਹਿਬਾਨ ਉਹਨਾਂ ਦੀ ਪੂਰਨ ਗੁਰਮਰਿਆਦਾ ਜਿਹੜਾ ਅਨੁਸਾਰ ਉਹ ਇੱਕ ਬੈਠਕ ਮਿਲਣੀ ਹੋਈ ਹੈ, ਜਿਹਦੇ 'ਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਸੰਸਥਾਵਾਂ ਦਾ ਆਪਸੀ ਜਿਹੜਾ ਕੋਈ ਉਹ ਵਾਦ ਵਿਵਾਦ ਜਾਂ ਆਪਸੀ ਜਿਹੜੀ ਹੈਗੀ ਹੈ ਕੋਈ ਆਪਸੀ ਜਿਹੜੀ ਨਿੱਜੀ ਕੋਈ ਵੀ ਆਪਸ ਦੇ ਵਿੱਚ ਵਿਵਾਦ ਨਹੀਂ ਹੈਗਾ, ਕਿਉਂਕਿ ਨਾਨਕਸਰ ਸੰਪਰਦਾ ਦੇ ਪ੍ਰਬੰਧ ਅਧੀਨ ਪਿਛਲੇ ਦਿਨੀ 29 ਅਗਸਤ ਨੂੰ ਇੱਕ ਵੀਡੀਓ ਵਾਇਰਲ ਹੁੰਦੀ ਹੈ, ਜਿੰਦੇ 'ਚ ਇੱਕ ਗੱਡੀ ਦੇ ਵਿੱਚ 2 ਸਰੂਪ 5 ਸਿੰਘ ਨਹੀਂ ਹੈਗੇ, ਚੌਰ ਸਾਹਿਬ ਦੀ ਸੇਵਾ ਨਹੀਂ ਕਰ ਰਿਹਾ ਹੈਗਾ, ਕਈ ਥਾਂ ਤੇ ਜੋੜੇ ਪਾ ਕੇ ਜਿਹੜਾ ਹੈਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਕੁਛ ਨਾਨਕਸਰ ਸੰਪਰਦਾ ਦੇ ਨਾਲ ਜੁੜੇ ਹੋਏ ਪਰਿਵਾਰ ਲੈ ਕੇ ਜਾ ਰਹੇ ਨੇ। ਸਮੁੱਚੀਆਂ ਗੱਲਾਂ ਜਿਹੜੀਆਂ ਨੇ ਲਿਖਤੀ ਤੌਰ ਤੇ ਵੀ ਅੱਜ ਇੱਥੇ ਉਹ ਨਿਬੜ ਗਈਆਂ ਹੈਗੀਆਂ। ਤਾਂ ਸਭ ਤੋਂ ਵੱਡਾ ਹੈ ਸਿੱਖ ਪੰਥ ਦੇ ਵਿੱਚ ਜਿਹੜਾ ਹੈਗਾ ਗੁਰਮਤਾ, ਫਿਰ ਉਸ ਤੋਂ ਵੱਡਾ ਹੈ ਪੰਜ ਸਿੰਘ ਸਾਹਿਬਾਨ ਦੇ ਕੋਲ ਜਾ ਕੇ ਜਿਹੜਾ ਭੁੱਲ ਚੁੱਕ ਦੀ ਖਿਮਾ ਹੋਣੀ। ਤਾਂ ਜਿੰਨੇ ਅੰਮ੍ਰਿਤਧਾਰੀ ਸਿੰਘ ਹੋਣਗੇ ਉਹ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਪੰਜ ਪਿਆਰਿਆਂ ਦੇ ਕੋਲ ਜਿਹੜਾ ਹੈਗਾ ਪੰਜ ਪਿਆਰੇ ਸਾਹਿਬਾਨ ਦੇ ਕੋਲ ਜਾ ਕੇ ਉਹ ਖਿਮਾ ਯਾਚਨਾ ਕਰਨਗੇ। ਜਿਹੜੀ ਵੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਨਾਨਕਸਰ ਸੰਪਰਦਾ ਦੇ ਮੁਖੀ ਜਾਂ ਨਾਨਕਸਰ ਸੰਪਰਦਾ ਦੇ ਨਾਲ ਜੁੜੇ ਹੋਏ ਉਹ ਸੰਗਤ ਜਿਨ੍ਹਾਂ ਨੇ ਮਰਿਆਦਾ 'ਚ ਕੁਤਾਹੀ ਕੀਤੀ ਹੈ, ਜਿਹੜੀ ਸੇਵਾ ਪੰਜ ਸਿੰਘ ਸਾਹਿਬਾਨ ਲਾਉਣਗੇ ਉਹ ਉਹਨਾਂ ਨੂੰ ਪ੍ਰਵਾਨ ਹੋਊਗੀ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲਵੇ ਕੀ ਮਹਿਮਾ ਵਰਨ ਨਾ ਸਾਕੂ। ਅੱਜ ਬੜੀ ਭਾਗਾਂ ਵਾਲੀ ਘੜੀ ਹੈ ਜਦੋਂ ਸਿੱਖ ਜਥੇਬੰਦੀਆਂ ਤੇ ਨਾਲ ਨਾਨਕਸਰ ਸੰਪਰਦਾ ਦੇ ਮਹਾਂਪੁਰਖ ਸਾਧ ਸੰਗਤ ਦੇ ਰੂਪ ਵਿੱਚ ਬਾਬਾ ਜੀ ਦੇ ਅਸਥਾਨਾਂ ਤੇ ਨਾਨਕਸਰ ਕਲੇਰਾਂ ਦੀ ਧਰਤੀ ਤੇ ਸਭ ਇਕੱਤਰ ਹੋਏ, ਜਿੱਥੇ ਬੈਠ ਕੇ ਇਹ ਮਤੇ ਪਕਾਏ ਗਏ ਔਰ ਇਹ ਮੀਟਿੰਗ ਹੋਈ ਜਿਹਦੇ ਵਿੱਚ ਲੰਮਾ ਸਮਾਂ ਵਿਚਾਰ ਵਟਾਂਦਰਾ ਹੁੰਦਾ ਰਿਹਾ। ਅਖੀਰੀ ਇਹ ਨਿਚੋੜ ਇਹ ਤੱਤ ਕੱਢਿਆ ਕਿ ਨਾਨਕਸਰ ਸੰਪਰਦਾਇ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ, ਸੰਤ ਬਾਬਾ ਗੁਰਜੀਤ ਸਿੰਘ ਜੀ ਤੇ ਸੰਤ ਬਾਬਾ ਕਾਲਾ ਸਿੰਘ ਜੀ ਵੱਲੋਂ ਬਾਬਾ ਆਗਿਆਪਾਲ ਸਿੰਘ ਜੀ ਜਿਹੜੇ ਇਸ ਵੇਲੇ ਸੰਗਤ ਦੇ ਵਿੱਚ ਹਾਜ਼ਰ ਹਨ। ਤੋ ਇਸ ਵੇਲੇ ਜੋ ਮੀਟਿੰਗ ਦਾ ਨਿਚੋੜ ਹੈ, ਮਤਾ ਇਹੀ ਨਿਚੋੜ ਨਿਕਲ ਕੇ ਆਇਆ ਕਿ ਪਹਿਲੀ ਗੱਲ ਜੋ ਪਿਛਲੀ 29 ਅਗਸਤ ਨੂੰ ਕੁਝ ਨਾਨਕਸਰ ਦੇ ਸੰਗੀ ਸੇਵਾਦਾਰਾਂ ਵੱਲੋਂ ਜੋ ਗ੍ਰਸਤੀ ਪਰਿਵਾਰਾਂ ਵੱਲੋਂ ਗੁਰੂ ਸਾਹਿਬ ਨੂੰ ਲਿਜਾਣ ਲੱਗਿਆਂ ਕੁਤਾਹੀ ਹੋਈ ਹੈ, ਅਵੱਗਿਆ ਹੋਈ ਹੈ, ਉਸ ਅਵੱਗਿਆ ਦੀ ਸਮੁੱਚੇ ਮਹਾਂਪੁਰਖਾਂ ਵੱਲੋਂ ਔਰ ਸੰਪਰਦਾ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਤੇ ਸਮੁੱਚੇ ਪੰਥ ਵੱਲੋਂ ਤੇ ਸਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਪਿਆਰੀ ਸਾਧ ਸੰਗਤ ਤੋਂ ਮਹਾਂਪੁਰਖ ਖੇਮਾ ਦੀ ਜਾਚਨਾ ਕਰਦੇ ਆ। ਅੱਗੇ ਤੋਂ ਇਸ ਚੀਜ਼ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਪੂਰਾ ਖਿਆਲ ਰੱਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਤਿਕਾਰ ਉਵੇਂ ਹੀ ਬਹਾਲ ਰੱਖੀ ਜਾਵੇਗੀ। ਦੂਸਰੀ ਗੱਲ, ਜਿਨ੍ਹਾਂ ਸੇਵਾਦਾਰਾਂ ਵੱਲੋਂ ਇਹ ਭੁੱਲ ਹੋਈ ਹੈ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਅੱਗੇ ਪੇਸ਼ ਕੀਤਾ ਜਾਏਗਾ ਔਰ ਉਹ ਜਿਹੜੀ ਉਹਨਾਂ ਨੂੰ ਸਜ਼ਾ ਲਾਉਣਗੇ ਉਹ ਖਿੜੇ ਮੱਥੇ ਪ੍ਰਵਾਨ ਕੀਤੀ ਜਾਊਗੀ। ਤੀਸਰੀ ਗੱਲ, ਜੋ ਨਾਨਕਸਰ ਕਲੇਰਾਂ ਵਿੱਚ ਇਹ ਜਥੇਬੰਦੀਆਂ ਦੀ ਇੱਛਾ ਸੀ ਕਿ ਵੀ ਜਦੋਂ ਅਖੰਡ ਪਾਠਾਂ ਸਾਹਿਬਾਂ ਦੀਆਂ ਕੋਤਰੀਆਂ ਚੱਲਦੀਆਂ ਤਾਂ ਉਦੋਂ ਗੁਰੂ ਸਾਹਿਬ ਜਦੋਂ ਪ੍ਰਕਾਸ਼ ਹੁੰਦੇ ਆ ਤੇ ਜ਼ਿਆਦਾ ਗਿਣਤੀ ਵਿੱਚ ਅਖੰਡ ਪਾਠ ਜਿਹੜੇ ਹੁੰਦੇ ਆ ਵੀ ਬਾਬਾ ਜੀ ਨੂੰ ਇਹਨਾਂ ਨੇ ਕਿਹਾ ਹੈ ਵੀ ਥੋੜ੍ਹੇ ਪਾਠੀ ਸਿੰਘਾਂ ਦੀ ਸੰਥਿਆ ਵੀ ਸੁਣ ਲਿਆ ਕਰੋ। ਤੇ ਦੂਜੀ ਗੱਲ ਵੀ ਜਦੋਂ ਪਾਠੀ ਸਿੰਘ ਪਿੱਠ ਨਾਲ ਪਿੱਠ ਜੋੜ ਕੇ ਬਹਿੰਦੇ ਆ ਗੁਰੂ ਸਾਹਿਬ ਪ੍ਰਕਾਸ਼ ਕਰਦੇ ਵੀ ਉਹ ਥੋੜ੍ਹੀ ਜਿਹੀ ਮਰਿਆਦਾ ਵਿਗੜਦੀ ਹੈ ਜਿਹੜੀ ਉਹ ਵੀ ਆਪ ਜੀ ਸੰਭਾਲੋ। ਤੇ ਮਹਾਂਪੁਰਖਾਂ ਨੇ ਜ਼ਿੰਮੇਵਾਰੀਆਂ ਲਈਆਂ ਵੀ ਅਸੀਂ ਪੂਰਾ ਪਹਿਰਾ ਦੇਵਾਂਗੇ, ਗਾਂ ਨੂੰ ਇਹੋ ਜਿਹੀ ਗਲਤੀ ਨਹੀਂ ਹੋਏਗੀ, ਇਹ ਬੇਨਤੀ ਪ੍ਰਵਾਨ ਕਰਨੀ। ਤੇ ਸਾਰਿਆਂ ਨੇ ਇਕੱਠਰ ਹੋ ਕੇ ਬਹੁਤ ਸੋਹਣੇ ਬਚਨ ਵਿਚਾਰ ਹੋਏ, ਕੋਈ ਰੌਲਾ ਨਹੀਂ ਪਿਆ, ਕੋਈ ਹੁੱਲੜਬਾਜੀ ਨਹੀਂ ਹੋਈ, ਸਾਰਿਆਂ ਨੇ ਪ੍ਰੇਮ ਨਾਲ ਬਹਿ ਕੇ ਮਤਾ ਪਕਾਇਆ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਇਹਨਾਂ ਪੰਕਤੀਆਂ ਨੂੰ ਅੱਜ ਸਿੱਧ ਹੋਈਆਂ ਨੇ ਇਹ ਕਿ ਜਦੋਂ ਇਹ ਬੈਠਕ ਵਿੱਚ ਇੱਕ ਪਿਆਰ ਨਾਲ ਸਾਰੇ ਮਤੇ ਪਕਾਏ ਗਏ ਆ। ਤੋ ਇਸ ਵੇਲੇ ਇੱਥੇ ਹੀ ਦਾਸ ਇੰਨਾ ਕੁ, ਕਿਉਂਕਿ ਬਾਬਾ ਜੀ ਵੱਲੋਂ ਹੁਕਮ ਸੀ ਵੀ ਤੁਸੀਂ ਬੋਲ ਦਿਓ, ਤੇ ਹੋਰ ਕੋਈ ਰਹਿ ਗਈ ਹੋਵੇ ਤਾਂ ਜੋ ਵੀ ਹੋਵੇਗਾ, ਜੇ ਕੋਈ ਘਟਨਾ ਸਤਿਗੁਰੂ ਕਿਰਪਾ ਕਰੇ ਘਟਨਾ ਕੋਈ ਹੋਣੀ ਵਾਪਰੇ ਹੀ ਨਾ, ਹਾਂਜੀ ਸਤਿਗੁਰੂ ਰਹਿਮਤ ਰੱਖਣ। ਹਾਂਜੀ, ਜੇ ਕੋਈ ਕੁਤਾਹੀ ਵਰਤੀ ਜਾਂਦੀ ਹੈ ਤੇ ਉਹਦੇ ਜ਼ਿੰਮੇਵਾਰ ਮੁਖੀ ਪ੍ਰਬੰਧਕ ਬਾਬਾ ਜੀ ਹੋਣੀ, ਤਿੰਨੇ ਜਿਹੜੇ ਆ ਬਿਲਕੁਲ।
ਜਿਹੜੀ ਪਿੱਛੇ ਸੇਵਾਦਾਰਾਂ ਤੋਂ ਕੋਈ ਅਵੱਗਿਆ ਹੋਈ ਹੈ ਉਹਦੀ ਵੀ ਜ਼ਿੰਮੇਵਾਰੀ ਅਖੀਰੀ ਕਿਵੇਂ ਨਾ ਕਿਵੇਂ ਆ ਕੇ ਮਹਾਂਪੁਰਖਾਂ ਤੇ ਹੀ ਪਈ ਆ ਕੇ, ਤੇ ਗਾਂ ਨੂੰ ਵੀ ਮਹਾਂਪੁਰਖ ਜ਼ਿੰਮੇਵਾਰੀ ਲੈਣਗੇ, ਪੂਰੀ ਜ਼ਿੰਮੇਵਾਰੀ ਨਿਭਾਉਣਗੇ। ਕਿਸੇ ਪਾਸਿਓਂ ਕੋਈ ਢਿੱਲ ਮੱਸ ਨਹੀਂ ਵਰਤੀ ਜਾਊਗੀ, ਕਿਉਂਕਿ ਨਾਨਕਸਰ ਸੰਪਰਦਾ ਬਾਬਾ ਜੀ ਦਾ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਮੰਨਣ ਵਾਲਾ ਇਹ ਘਰ ਹੈ, ਤੇ ਇਹੀ ਉਪਦੇਸ਼ ਜਾਂਦਾ ਹੈ। ਇੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਜਾਂਦਾ ਹੈ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ। ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਇੱਥੇ ਸੇਵਾ ਤੇ ਸਤਿਕਾਰ ਕੀਤਾ ਜਾਂਦਾ ਹੈ, ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ। ਤੇ ਦੂਸਰੀ ਬੇਨਤੀ ਕਿ ਨਾਨਕਸਰ ਦੇ ਮਹਾਂਪੁਰਖਾਂ ਦੇ ਵਿੱਚ ਜੋ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਨਿਮਰਤਾ ਗਰੀਬੀ ਕਮਾਈ, ਅੱਜ ਉਹ ਪ੍ਰਤੱਖ ਮਿਸਾਲ ਮਿਲੀ ਹੈ ਦੇਖਣ ਨੂੰ। ਆਪਾਂ ਦਰਸ਼ਨ ਕੀਤੇ ਹੈ ਕਿ ਮਹਾਂਪੁਰਖਾਂ ਨੇ ਇਹ ਬਚਨ ਕੀਤਾ। ਬਾਬਾ ਲੱਖਾ ਸਿੰਘ ਜੀ ਦੇ ਪਿਆਰ ਵਾਲੇ ਬਚਨ ਹੈ, ਉਹ ਕਹਿ ਰਹੇ ਸੀ ਵੀ ਸਾਡਾ ਤਾਂ ਸਿਰ ਸਦਾ ਹੀ ਝੁਕਦਾ ਹੈ ਪੰਥ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਸਦਾ ਹੀ ਨੀਵੇਂ ਆ। ਅਸੀਂ ਹੈਂਕੜੀ ਜਾਂ ਹੰਕਾਰ ਵਿੱਚ ਨਹੀਂ, ਅਸੀਂ ਨਿਮਰਤਾ ਦੇ ਵਿੱਚ ਆ, ਤੇ ਜੇ ਕੋਈ ਗਲਤੀਆਂ ਹੁੰਦੀਆਂ ਤੇ ਅਸੀਂ ਖਿਮਾ ਵੀ ਮੰਗਦੇ ਹਾਂ। ਤੇ ਇਹੀ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਕਲੇਰਾਂ ਦੇ ਪ੍ਰਬੰਧਕ ਬਾਬਾ ਗੁਰਜੀਤ ਸਿੰਘ ਜੀ, ਬਾਬਾ ਲੱਖਾ ਸਿੰਘ ਜੀ, ਬਾਬਾ ਕਾਲਾ ਸਿੰਘ ਵੱਲੋਂ ਬਾਬਾ ਆਗਿਆਪਾਲ ਸਿੰਘ ਜੀ ਇਕੱਤਰਤਾ ਲੰਗਰ ਬਾਬਾ ਕੁੰਦਨ ਸਿੰਘ ਵਿਖੇ ਹੋਈ, ਜਿਸ ਵਿੱਚ ਲੰਮਾ ਸਮਾਂ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ, ਜਿਸ ਵਿੱਚ ਪਿਛਲੇ ਦਿਨੀ ਨਾਨਕਸਰ ਕਲੇਰਾਂ ਵਿਖੇ ਹੋਈ ਨਰਾਤਰੀ ਗੁਰੂ ਗ੍ਰੰਥ ਸਾਹਿਬ ਜੀ ਨਰਾਤਰੀ ਦੇ ਵਿਚਾਰ ਕੀਤੀ ਗਈ, ਜਿਸ ਵਿੱਚ ਨਾਨਕਸਰ ਕਲੇਰਾਂ ਸਮੂਹ ਮੁਖੀਆਂ ਨੇ ਮੰਨਿਆ ਕਿ ਸਾਡੇ ਪਾਸੋਂ ਵੱਡੀ ਭੁੱਲ ਹੋਈ ਹੈ, ਜਿਸ ਦੀ ਖਿਮਾ ਜਾਚਨਾ ਸਮੂਹ ਖਾਲਸਾ ਪੰਥ ਤੇ ਗੁਰੂ ਗ੍ਰੰਥ ਸਾਹਿਬ ਕਰਦੇ ਹਾਂ। ਅੱਗੇ ਤੋਂ ਪ੍ਰਣ ਕਰਦੇ ਹਾਂ ਕਿ ਜੋ ਵੀ ਆਉਣ ਵਾਲੇ ਸਮੇਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਉਸ ਗੁਰਮਤਿ ਅਨੁਸਾਰ ਤੇ ਮਰਿਆਦਾ ਅਨੁਸਾਰ ਕਰਾਂਗੇ, ਭਾਵੇਂ ਕਿ ਅਸੀਂ ਅਖੰਡ ਪਾਠ ਸਾਹਿਬ ਥੋੜ੍ਹੇ ਕਰੰਭ ਕਰ ਲਈਏ। ਜੋ ਵੀ ਪਾਠ ਤੇ ਗ੍ਰੰਥੀ ਸਿੰਘ ਡਿਊਟੀ ਕਰਨਗੇ ਉਹ ਪੂਰੀ ਗੁਰਮਤਿ ਦੇ ਧਾਰਨੀ ਤੇ ਸੰਥਿਆ ਵਾਲੇ ਹੋਣਗੇ। ਜੋ ਵੀ ਨਾਨਕਸਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪਾਂ ਲਿਆਂਦੇ ਜਾਣਗੇ ਉਹਨਾਂ ਦਾ ਹੀ ਪ੍ਰਕਾਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਜੇ ਲੋੜ ਪੈਂਦੀ ਲਿਆਉਣ ਦੀ, ਉਹ ਪਾਵਨ ਸਰੂਪ ਬਾਹਰੋਂ ਲਿਆਂਦੇ ਜਾਣਗੇ, ਉਹਨਾਂ ਦੀ ਪੂਰੀ ਮਰਿਆਦਾ ਦੇ ਪਾਲਕੀ ਸਾਹਿਬ ਵਿੱਚ ਲਿਆਂਦੇ ਜਾਣਗੇ। ਇਸ ਤਰ੍ਹਾਂ ਹੀ ਆਏ ਲਿਆਂਦੇ ਜਾਣਗੇ ਤੇ ਛੱਡ ਕੇ ਆਏ ਜਾਣਗੇ। ਜਿਨ੍ਹਾਂ ਸੇਵਾਦਾਰਾਂ ਨੇ ਪਿਛਲੇ ਦਿਨੀ ਬਰਸੀ ਉੱਪਰ ਇਹ ਗਲਤੀ ਕੀਤੀ ਹੈ ਉਸ ਦੀ ਮਾਫੀ ਸ੍ਰੀ ਅਕਾਲ ਤਖਤ ਦੇ ਪੰਜ ਪਿਆਰੇ ਸਾਹਿਬਾਨ ਦੇ ਅੰਮ੍ਰਿਤ ਸੰਚਾਰ ਸਮੇਂ ਪੇਸ਼ ਹੋ ਕੇ ਮੰਗਣਗੇ, ਉਹਨਾਂ ਪਾਸ ਪੇਸ਼ ਹੋਣਗੇ। ਹਾਂ, ਇੱਕ ਨਾ ਥੋੜਾ ਜਿੱਥੇ ਲਿਆਂਦੇ ਜਾਣਗੇ, ਇਦਾਂ ਨਹੀਂ ਕਰਨਾ ਲੈ ਕੇ ਆਵਾਂਗੇ ਤੇ ਲੈ ਕੇ ਜਾਵਾਂਗੇ। ਸਤਿਕਾਰ ਸੇ ਸੁਭਾਈਮਾਨ ਕਰਾਂਗੇ, ਸਤਿਕਾਰ ਸੇ ਹੀ ਪ੍ਰਕਾਸ਼ ਕਰਾਂਗੇ ਲੈਣ। ਕਾਰ ਕਮੇਟੀ ਦੇ ਸਿੰਘਾਂ ਤੇ ਨਾਨਕਸਰ ਸੰਪਰਦਾ ਦੇ ਜਿਹੜੇ ਸਤਿਕਾਰਯੋਗ ਹੈਗੇ ਨੇ ਆਗੂ ਸਾਹਿਬਾਨ, ਉਹਨਾਂ ਵੱਲੋਂ ਜਿਹੜਾ ਕਿ ਅੱਜ ਲਿਖਤੀ ਤੌਰ ਤੇ ਵੀ ਇਹ ਸੰਗਤ ਦੇ ਵਿੱਚ ਫੈਸਲਾ ਗੁਰਮਤਾ ਹੋਇਆ, ਉਪਰੰਤ ਲਿਖਤੀ ਤੌਰ ਤੇ ਵੀ ਜਿਹੜਾ ਇਹ ਰਾਜੀਨਾਮਾ ਵੀ ਅਸੀਂ ਇਹਨੂੰ ਕਹਿ ਸਕਦੇ ਹਾਂ, ਕਿਉਂਕਿ ਦੋਨੇ ਧਿਰਾਂ ਦੇ ਵਿੱਚ ਪਿਛਲੇ ਕਈ ਦਿਨ ਤੋਂ ਇਹ ਵਾਦ-ਵਿਵਾਦ ਜਿਹੜਾ ਚੱਲ ਰਿਹਾ ਸੀਗਾ ਕਿ ਸ਼੍ਰੀ ਨਾਨਕਸਰ ਸੰਪਰਦਾ ਵੱਲੋਂ ਜਿਹੜਾ ਹੈਗਾ ਮਰਿਆਦਾ ਦਾ ਜਿਹੜਾ ਹੈਗਾ ਕੁਤਾਹੀ ਕੀਤੀ ਗਈ ਹੈ, ਔਰ ਇਹ ਮਾਮਲਾ ਪੁਲਿਸ ਦੇ ਤੱਕ ਵੀ ਜਿਹੜਾ ਪਹੁੰਚਿਆ ਹੋਇਆ, ਔਰ ਕੁਝ ਨਾਨਕਸਰ ਸੰਪਰਦਾ ਦੇ ਨਾਲ ਜੁੜੇ ਹੋਏ ਜਿਹੜਾ ਸੰਗਤੀ ਜਿਹੜਾ ਹੈਗਾ ਉਹ ਸੱਜਣਾ ਦੇ ਉੱਤੇ, ਸੰਗਤ ਦੇ ਪਰਿਵਾਰਾਂ ਦੇ ਉੱਤੇ ਜਿਹੜਾ ਹੈਗਾ ਪਰਚਾ ਵੀ ਦਰਜ ਹੈ। ਤਾਂ ਅੱਜ ਇਹ ਲਿਖਤੀ ਵੀ ਇੱਥੇ ਸਮਝੌਤਾ ਹੋ ਗਿਆ। ਤਾਂ ਨਾਲੇ ਵੀ ਗੱਲ ਜਿਹੜੀ ਖਾਸ ਤੌਰ ਤੇ ਲਿਖੀ ਗਈ ਹੈ ਕਿ ਇਸ ਤੋਂ ਬਾਅਦ ਕੁਤਾਹੀ ਕਰਨ ਵਾਲੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਜਿਹੜਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਜਾ ਕੇ ਪੰਜ ਸਿੰਘ ਸਾਹਿਬਾਨ ਦੀ ਜਿਹੜਾ ਹਾਜ਼ਰੀ ਦੇ ਵਿੱਚ ਉਹ ਜਿਹੜਾ ਹੈਗਾ ਮੁਆਫੀ ਜਿਹੜੀ ਹੈਗੀ ਹੈ ਜਾਂ ਸੇਵਾ ਲਵਾਉਣ ਦੇ ਵਾਸਤੇ ਜਿਹੜੀ ਬੇਨਤੀ ਕੀਤੀ ਜਾਊਗੀ। ਤਾਂ ਅੱਜ ਨਾਨਕਸਰ ਜਿਹੜਾ ਹੈਗਾ ਉਹ ਵਿਸ਼ੇਸ਼ ਜਿਹੜਾ ਇਕੱਠ ਕੀਤਾ ਗਿਆ ਸਤਿਕਾਰ ਕਮੇਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੀਆਂ ਸਮੁੱਚੀਆਂ ਸੰਸਥਾਵਾਂ ਵੱਲੋਂ ਔਰ ਨਾਨਕਸਰ ਸੰਪਰਦਾ ਦੇ ਜਿਹੜੇ ਮੁਖੀ ਸਾਹਿਬਾਨ ਆ ਉਹਨਾਂ ਵੱਲੋਂ, ਕਿਉਂਕਿ ਨਾਲੇ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪਾਸੇ ਸਤਿਕਾਰ ਕਮੇਟੀ ਦੇ ਪੱਖੀ ਸਿੰਘਾਂ ਵੱਲੋਂ ਔਰ ਉਹ ਨਾਨਕਸਰ ਸੰਪਰਦਾ ਦੇ ਬਾਰੇ, ਔਰ ਨਾਨਕਸਰ ਸੰਪਰਦਾ ਦੇ ਪੱਖੀ ਸਿੰਘਾਂ ਵੱਲੋਂ ਸਤਿਕਾਰ ਕਮੇਟੀ ਦੇ ਸਿੰਘਾਂ ਬਾਰੇ ਵੀ ਕੁਛ ਨਾ ਕੁਛ ਜਿਹੜੀਆਂ ਹੈਗੀਆਂ ਉਹ ਗੱਲਾਂ ਇਤਰਾਜ਼ਯੋਗ ਕਹੀਆਂ ਜਾ ਰਹੀਆਂ ਸੀ। ਤਾਂ ਇੱਥੇ ਇਹ ਵੀ ਗੱਲ ਕਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਮੁੱਚੀਆਂ ਸਿੱਖ ਸੰਸਥਾਵਾਂ ਦੇ ਵਿੱਚ ਆਪਸੀ ਕੋਈ ਵੀ ਜਿਹੜਾ ਵਾਦ ਵਿਵਾਦ ਉਹ ਨਹੀਂ ਰਹੇਗਾ, ਕਿਉਂਕਿ ਪਿਛਲੇ ਦਿਨੀ 29 ਅਗਸਤ ਨੂੰ ਨਾਨਕਸਰ ਅਸਥਾਨ ਦੇ ਉੱਤੇ ਜਿਹੜਾ ਉਹ ਬਰਸੀ ਮਨਾਈ ਗਈ ਸੀਗੀ ਨਾਨਕਸਰ ਦੇ ਮਹਾਂਪੁਰਸ਼ਾਂ ਦੀ। ਉਸ ਦਿਨ ਜਿਹੜੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੁਧਿਆਣੇ ਤੋਂ ਲੈ ਕੇ ਆਂਦੇ ਗਏ ਸੀ ਉਹਨਾਂ ਦੇ ਵਿੱਚ ਮਰਿਆਦਾ ਦੀ ਜਿਹੜੀ ਕੁਤਾਹੀ ਹੋਈ ਸੀ। ਪਿਛਲੇ ਦਿਨੀ ਨਾਨਕਸਰ ਕਲੇਰਾਂ ਦੇ ਖਿਲਾਫ ਸਤਿਕਾਰ ਕਮੇਟੀ ਦੇ ਸਿੰਘਾਂ ਵੱਲੋਂ ਇੱਕ ਇਲਜ਼ਾਮ ਸੀ ਕਿ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦੇ ਵਿੱਚ ਕੁਤਾਹੀ ਕੀਤੀ ਹੈ। ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ। ਇੱਕ ਗੱਡੀ ਦੇ ਵਿੱਚ ਦੋ ਸਰੂਪ ਔਰ ਇੱਕ ਗੱਡੀ ਦੇ ਵਿੱਚ ਇੱਕ ਸਰੂਪ ਜੋੜੇ ਪਾ ਕੇ ਬਿਨਾਂ ਚੌਰ ਸਾਹਿਬ ਤੋਂ, ਬਿਨਾਂ ਪੰਜ ਸਿੰਘਾਂ ਤੋਂ, ਬਿਨਾਂ ਪੀੜਾ ਸਾਹਿਬ ਤੋਂ ਪੂਰਨ ਤੌਰ ਤੇ ਜਿਹੜਾ ਹੈਗਾ ਮਰਿਆਦਾ ਦੀ ਜਿਹੜੀ ਹੈਗੀ ਆ ਉਹ ਉਲੰਘਣਾ ਕੀਤੀ ਗਈ ਸੀ। ਉਸ ਤੋਂ ਬਾਅਦ ਥਾਣੇ ਜਗਰਾਉਂ ਤੱਕ ਵੀ ਮਾਮਲਾ ਪੁੱਜਿਆ, ਪਰ ਪੁਲਿਸ ਨੇ ਫਿਲਹਾਲ ਕੋਈ ਕਾਰਵਾਈ ਨਹੀਂ ਸੀ ਕੀਤੀ। ਅੱਜ
ਮੁੜ ਜਿਹੜਾ ਹੈਗਾ 18 ਸਤੰਬਰ 2022 ਨੂੰ ਨਾਨਕਸਰ ਕਲੇਰਾਂ ਦੇ ਜਿਹੜਾ ਮੁੱਖ ਲਾਂਘਾ ਜਾਂਦਾ ਜਰਨੈਲੀ ਸੜਕ ਤੋਂ ਉੱਥੇ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਸਤਿਕਾਰ ਕਮੇਟੀ ਦੇ ਸਿੰਘਾਂ ਤੇ ਵੱਡੀ ਗਿਣਤੀ ਸਿੱਖ ਸੰਗਤ ਨੇ ਲਾਇਆ ਸੀ। ਅੰਦਰ ਗੱਲਬਾਤ ਹੋਈ ਹੈ ਨਾਨਕਸਰ ਕਲੇਰਾਂ ਦੇ ਮੁਖੀ ਸਾਹਿਬਾਨ ਦੇ ਨਾਲ, ਬਾਬਾ ਲੱਖਾ ਸਿੰਘ, ਬਾਬਾ ਗੁਰਜੀਤ ਸਿੰਘ ਔਰ ਹੋਰ ਆਗੂਆਂ ਦੇ ਨਾਲ। ਕਿਹੜੇ ਮਾਮਲੇ ਦੇ ਉੱਤੇ ਸਹਿਮਤੀ ਬਣੀ ਹੈ, ਕਿ ਪੁਲਿਸ ਕੇਸ ਦੇਖੇਗੀ ਜਾਂ ਸਿੱਖ ਸੰਗਤਾਂ ਦਾ ਜਿਹੜਾ ਹੈਗਾ ਇਹ ਮਾਮਲਾ ਸੁਲਝ ਗਿਆ ਹੈਗਾ। ਅਸੀਂ ਗੱਲਬਾਤ ਕਰਾਂਗੇ ਸਮੁੱਚੀ ਸਿੱਖ ਸੰਗਤ ਪੰਜਾਬ ਦੀਆਂ ਤਕਰੀਬਨ ਹਰਿਆਣੇ ਦੀਆਂ ਤਕਰੀਬਨ ਉਹ ਸੰਸਥਾਵਾਂ ਇੱਥੇ ਹਾਜ਼ਰ ਨੇ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਨੂੰ ਲੈ ਕੇ ਪਿਛਲੇ 2-3 ਦਹਾਕਿਆਂ ਤੋਂ ਸੇਵਾ ਕਰ ਰਹੀਆਂ ਨੇ। ਸਵਾਗਤ ਹੈ ਜੀ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਇਹ ਹੈ ਕਿ ਕਈ ਦਿਨ ਹੋ ਗਏ ਅਸੀਂ ਵੀ ਤੁਹਾਡੇ ਨਾਲ ਵਿਚਰ ਰਹੇ ਹਾਂ। ਨਾਨਕਸਰ ਕਲੇਰਾਂ ਦੀਆਂ ਵੀਡੀਓਜ਼ ਵਾਇਰਲ ਤੁਸੀਂ ਕੀਤੀਆਂ ਸੀ ਵੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਰਿਆਦਾ ਦੇ ਵਿੱਚ ਕੁਤਾਹੀ ਕਰਦੇ। ਅੱਜ ਤੁਸੀਂ ਬੈਠੇ ਹੋ, ਲੰਮਾ ਸਮਾਂ ਮੀਟਿੰਗ ਚੱਲਦੀ ਰਹੀ ਹੈ, ਕਿਸ ਤਰ੍ਹਾਂ ਦੀ ਗੱਲਬਾਤ ਨੇਪਰੇ ਚੜੀ ਹੈ? ਅੱਜ ਉਹ ਪਿਛਲਾ ਸਮਾਂ ਤੇ ਸਾਰਿਆਂ ਨੇ ਵੇਖ ਹੀ ਲਿਆ ਜੋ ਹੋਇਆ। ਜਿਸ ਤਰ੍ਹਾਂ ਮੁੜ ਕੇ ਉਹਨਾਂ ਨੇ ਬੈਠੇ ਉੱਥੇ ਕੌਂਕੇ ਕਲਾਂ ਗੁਰਦੁਆਰੇ ਸਾਹਿਬ ਪਾਸ਼ੀ ਛੇਵੀਂ। ਅੱਜ ਜਿਹੜਾ ਸੀ, ਅੱਜ ਸਾਡਾ ਮਨੋਰਥ ਕੋਈ ਬਹਿੰਦਾ ਨਹੀਂ ਸੀ ਉਹਨਾਂ ਦੇ ਨਾਲ। ਅੱਜ ਸਾਡਾ ਇੱਕੋ ਇੱਕ ਮਨੋਰਥ ਸੀ ਕਿ ਅਸੀਂ ਸੰਗਤਾਂ ਨੂੰ ਅਵੇਅਰ ਕਰਾਉਣਾ, ਜਾਣੂ ਕਰਾਉਣਾ ਕਿ ਇਹ ਆ ਕੁਝ ਨਾਨਕਸਰ ਵਾਲੇ ਗੁਰੂ ਸਾਹਿਬ ਦੀ ਆੜ ਲੈ ਕੇ ਤੇ ਗੁਰੂ ਸਾਹਿਬ ਦੇ ਨਾਲ ਹੀ ਧੋਖਾਧੜੀ ਕਰ ਰਹੇ ਹਨ, ਗੁਰੂ ਸਾਹਿਬ ਦੇ ਨਾਲ ਹੀ ਗੁਰੂ ਦੀ ਮਰਿਆਦਾ ਦਾ ਨਾਲ ਖਿਲਵਾੜ ਕਰ ਰਹੇ ਹਨ। ਤੇ ਉਹ ਆ ਸੰਗਤਾਂ ਨੂੰ ਅਸੀਂ ਤਖਤੀਆਂ ਤੇ ਬੈਨਰਾਂ ਤੇ ਲਾ ਕੇ ਸੰਗਤਾਂ ਜਿਹੜੀਆਂ ਆਉਂਦੀਆਂ ਜਾਂਦੀਆਂ, ਅਸੀਂ ਰੋਕਿਆ ਨਹੀਂ ਕਿਸੇ ਨੂੰ ਵੀ, ਪਰ ਜਿਹੜੀਆਂ ਸੰਗਤਾਂ ਨਾਨਕਸਰ ਦਰਸ਼ਨਾਂ ਨੂੰ ਜਾਂਦੀਆਂ ਸੀ ਉਹਨਾਂ ਨੂੰ ਅਸੀਂ ਤਖਤੀਆਂ ਰਾਹੀਂ ਤੇ ਬੈਨਰਾਂ ਰਾਹੀਂ ਵਿਖਾਇਆ ਗਿਆ ਕਿ ਆਹ ਇੱਥੇ ਕੁਝ ਹੋ ਰਿਹਾ ਜੇ। ਉਸ ਤਰ੍ਹਾਂ ਕਹਿੰਦੇ ਅਸੀਂ ਵੀ ਮਰਿਆਦਾ ਬਹੁਤ ਰੱਖਦੇ ਆ, ਨਾਨਕਸਰ ਵਰਗੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਨਹੀਂ ਕਿਸੇ ਦੀ ਵੇਗੀ। ਪਰ ਆਹ ਵੇਖ ਲਓ ਚੋਰ ਮੋਰੀ ਕੀ ਕਰ ਰਹੇ ਆ, ਗੁਰੂ ਸਾਹਿਬ ਜੀ ਨਾਲ ਆਪ ਦਾ ਸਤਿਕਾਰ ਵੱਧ ਕਰਾ ਰਹੇ ਆ। ਤੁਸੀਂ ਵੀ ਉੱਥੇ ਮੌਜੂਦ ਸੀ ਜਦੋਂ ਮੈਂ ਉੱਥੇ ਗੱਲ ਇਹ ਕਹੀ ਕਿ ਬਾਬਾ ਨੇ ਗੱਡੀ 'ਚ ਬਹਿਣਾ ਵਾ, ਇੱਕ ਦੇਹੀ ਨੇ ਗੱਡੀ ਦੇ ਵਿੱਚ ਬਹਿਣਾ ਵਾ, ਤੇ ਉਹ ਗੱਡੀ ਦੇ ਵਿੱਚ ਬਹਿੰਦਾ ਵਾ ਤੇ ਉਹਦੇ ਚੇਲੇ ਪਹਿਲਾਂ ਥੱਲੇ ਸੀਟ ਦੇ ਵਿਛਾਉਂਦੇ ਹਨ ਤੌਲੀਆ, ਫਿਰ ਉਹ ਸਾਈਡ ਤੇ ਰੱਖਦੇ ਹਨ, ਫਿਰ ਉਹਦੇ ਤਾਕੀ ਖੋਲ੍ਹਦੇ ਹਨ, ਫਿਰ ਉਹ ਬੈਠਦਾ ਵਾ। ਇੱਕ ਮਨੁੱਖ ਵਾ ਤੇ ਜਿਹੜਾ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦਾ ਮਾਲਕ ਵਾ, ਪਾਤਸ਼ਾਹ ਦੇ ਪਾਤਸ਼ਾਹ ਵਾ, ਸਾਰੀ ਦੁਨੀਆ ਸੀਸ ਝੁਕਾਉਂਦੀ ਆ, ਤੇ ਉਹਨੂੰ ਗੱਡੀਆਂ ਦੀਆਂ ਮਗਰਲੀਆਂ ਸੀਟਾਂ ਤੇ ਲੈ ਜਾਣਾ ਤੇ ਕੋਈ ਨੇ ਜਲ ਵੀ ਨਹੀਂ ਛਿੜਕਣਾ, ਕੋਈ ਮਾਨ ਮਰਿਆਦਾ ਨਹੀਂ ਰੱਖਣੀ। ਤੇ ਇਹ ਤੁਸੀਂ ਦੱਸੋ ਠੀਕ ਹੈ? ਤੇ ਉਹਨਾਂ ਨੇ ਮੰਨਿਆ ਕਿ ਇਹ ਬੜੀ ਵੱਡੀ ਭੁੱਲ ਹੋਈ ਆ, ਅਵੱਗਿਆ ਹੋਈ ਆ। ਅਸੀਂ ਇਹ ਭੁੱਲ ਦੀ ਖਿਮਾ ਜਾਚਨਾ ਸੰਗਤ ਕੋਲੋਂ ਕਰਦੇ ਹਾਂ। ਤੁਹਾਡੀ ਗੱਲ ਅੱਗੇ ਜਾਣ ਤੋਂ ਪਹਿਲਾਂ ਅੱਜ ਕਿਹੜੇ ਨਾਮ ਤੁਸੀਂ ਲੈ ਸਕਦੇ ਹੋ, ਕਿਹੜੇ ਮੁਖੀ ਸਾਹਿਬਾਨ ਸੀਗੇ? ਅੱਜ ਉਹਦੇ ਵਿੱਚ ਬਾਬਾ ਲੱਖਾ ਸਿੰਘ ਜੀ, ਬਾਬਾ ਗੁਰਜੀਤ ਸਿੰਘ ਜੀ ਤੇ ਬਾਬਾ ਕਾਲਾ ਸਿੰਘ ਜੀ ਨਹੀਂ ਆਏ। ਉਹਨਾਂ ਬਹਾਨਾ ਲਾਇਆ, ਇਹ ਰੱਬ ਜਾਣੇ ਵੀ ਉਹ ਇੱਥੇ ਹੈ ਕਿ ਨਹੀਂ ਹੈ ਨਾ, ਇਹ ਵਾਹਿਗੁਰੂ ਜਾਣੇ। ਚਾਹੇ ਉਹ ਜੇ ਝੂਠ ਮਾਰਦੇ ਹੋ ਤਾਂ ਪਤਾ ਹੀ ਆ ਵੀ ਝੂਠ ਦਾ ਖੱਟਾ ਹੀ ਖਾ ਰਹੇ ਆ, ਠੀਕ ਨਾ। ਇਹ ਨਹੀਂ ਪਤਾ ਕਿ ਉਹ ਹੈ ਕਿ ਨਹੀਂ ਹੈ, ਪਰ ਉਹਨਾਂ ਨੇ ਆਪਦਾ ਨੁਮਾਇੰਦਾ ਭੇਜਿਆ ਆਗਿਆਪਾਲ ਸਿੰਘ। ਅੱਜ ਜਿਹੜੀ ਗੱਲ ਹੋਈ ਆ ਸਾਰੀ ਸੰਗਤਾਂ ਦੇ ਸਾਹਮਣੇ ਕਲੀਅਰ ਹੋਈ ਆ। ਉੱਥੇ ਬੈਠ ਕੇ ਮੀਡੀਆ ਵੀ ਉੱਥੇ ਸੀ, ਭਾਈ ਜਸਵੀਰ ਸਿੰਘ ਹੁਣੀ ਉੱਥੇ ਸੀ। ਤੁਸੀਂ ਜਦੋਂ ਗੱਲਾਂ ਹੋਈਆਂ ਬਿਲਕੁਲ ਖੁੱਲ੍ਹ ਕੇ ਗੱਲਾਂ ਹੋਈਆਂ, ਕੋਈ ਪਰਦੇ 'ਚ ਗੱਲ ਨਹੀਂ ਹੋਈ, ਕੋਈ ਬੰਦ ਕਮਰੇ 'ਚ ਗੱਲ ਨਹੀਂ ਹੋਈ। ਉੱਥੇ ਬਾਬਾ ਲੱਖਾ ਸਿੰਘ, ਬਾਬਾ ਗੁਰਜੀਤ ਸਿੰਘ ਅਤੇ ਬਾਬਾ ਕਾਲਾ ਸਿੰਘ ਵੱਲੋਂ ਬਾਬਾ ਆਗਿਆਪਾਲ ਸਿੰਘ, ਉਹਨਾਂ ਨੇ ਸਾਰਾ ਮੰਨਿਆ ਵਾ, ਲਿਖਤੀ ਰੂਪ 'ਚ ਵੀ ਮੰਨਿਆ ਵਾ ਵੀ ਅੱਗੇ ਤੋਂ ਨਹੀਂ ਹੋਵੇਗਾ। ਉਹ ਸਾਰੀ ਜ਼ਿੰਮੇਵਾਰੀ ਉਹਨਾਂ ਚੁੱਕੀ ਆ। ਲਿਖਤੀ ਰੂਪ ਦੇ ਵਿੱਚ ਹੋਇਆ, ਇਹ ਕਿਸੇ ਦਾ ਉਹਲੇ 'ਚ ਨਹੀਂ ਹੋਇਆ, ਲਿਖਤੀ ਰੂਪ ਦੇ ਵਿੱਚ ਹੋਇਆ ਕਿ ਆ ਸ਼ਰਤਾਂ ਨਹੀਂ, ਸ਼ਰਤਾਂ ਸੀ, ਸ਼ਰਤਾਂ ਨਹੀਂ, ਇਹ ਮੰਗਾਂ ਜਾਂ ਲੈ ਕੇ ਮਤੇ ਕਿਹੜੇ ਮਤੇ ਸੀ ਕਿ ਗੁਰੂ ਸਾਹਿਬ ਦਾ ਜਿਹੜਾ ਸਰੂਪ ਦੀ ਸਭ ਤੋਂ ਪਹਿਲਾਂ ਸਤਿਕਾਰ, ਜਿਹੜਾ ਸਤਿਕਾਰ ਵਾ ਉਹ ਮਾਨ ਮਰਿਆਦਾ ਵਾ, ਜਿਹੜੀ ਵੱਡੀ ਠੇਸ ਪਹੁੰਚੀ ਆ ਸਭ ਤੋਂ ਪਹਿਲਾਂ ਉਹ ਪੰਥ ਤੋਂ ਤੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਖਿਮਾ ਜਾਚਨਾ ਕਰਨ ਮੀਡੀਆ ਰਾਹੀਂ ਤੇ ਲਿਖਤੀ ਰੂਪ 'ਚ, ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਪੇਸ਼ ਹੋਣ ਜਿਨ੍ਹਾਂ ਨੇ ਇਹ ਅਵੱਗਿਆ ਕੀਤੀ। ਉਹ ਪੰਜ ਪਿਆਰਿਆਂ ਤੋਂ ਜਿਹੜੇ ਅੰਮ੍ਰਿਤ ਸੰਚਾਰ ਕਰਦੇ ਕਾਰਾਂ ਸਰੂਪ ਜੁੱਤੀਆਂ ਪਾ ਕੇ ਲਗੇ, ਉਹ ਸਾਰੇ ਸ਼ਾਮਲ ਹੋਣ, ਜਿਹੜੇ ਜ਼ਿੰਮੇਵਾਰ ਸਨ ਉਸ ਵਕਤ, ਜਿਨ੍ਹਾਂ ਨੇ ਲਿਆਂਦੇ ਵੀ ਸਰੂਪ। ਉਹਨਾਂ ਨੇ ਕਿਹਾ ਵੀ ਉਹ ਸ਼ਾਮਲ ਹੋਣਗੇ, ਉਹ ਜਾਣਗੇ। ਹਾਂ, ਉਹਨਾਂ ਕਿਹਾ ਕਿ ਉਹ ਜਾਣਗੇ। ਉਹ ਪੰਜਾਂ ਪਿਆਰਿਆਂ ਕੋਲ ਜਿਹੜੇ ਅੰਮ੍ਰਿਤ ਸੰਚਾਰ ਜਥਾ ਉਹਨਾਂ ਕੋਲੇ ਪੇਸ਼ ਹੋ ਕੇ ਸੱਚੋ ਸੱਚ ਦੱਸਣਗੇ ਤੇ ਜੋ ਵੀ ਸਜ਼ਾ ਲਾਉਂਦੇ ਉਹਨੂੰ ਖੇੜ ਮੱਥੇ ਪ੍ਰਵਾਨ ਕਰਨਗੇ। ਦੂਸਰੀ ਜਿਹੜੀ ਮੰਗ ਸੀ ਸਾਡੀ ਕਿ ਜਿਹੜੀ ਕੋਤਰੀ ਕਰਦੇ ਹਨ, ਇਹ ਕੋਤਰੀ ਦੇ ਵਿੱਚ ਗੁਰੂ ਸਾਹਿਬ ਦਾ ਬਹੁਤ ਵੱਡਾ ਨਰਾਦਰ ਕਰਦੇ ਹਨ, ਤੇ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਬੈਠਦੇ ਹਨ ਪਿੱਠ ਨਾਲ ਪਿੱਠ ਗ੍ਰੰਥੀ ਜੋੜਦਾ, ਇੱਧਰ ਵੀ ਗੁਰੂ ਸਾਹਿਬ ਇੱਧਰ ਵੀ ਗੁਰੂ ਸਾਹਿਬ, ਤੇ ਦੋਨਾਂ ਦਾ ਹੀ ਪਿੱਠਾਂ ਜਿਹੜੀਆਂ ਵਾ ਉਹ ਗੁਰੂ ਸਾਹਿਬ ਵਾਲਾ ਹੁੰਦੀਆਂ, ਤੇ ਅਨੇਕਾਂ ਸਰੂਪ ਪ੍ਰਕਾਸ਼ ਕਰਦੇ ਹਨ। ਤੇ ਉਹ ਮੰਨਿਆ ਵੀ। ਬਾਬਾ ਲੱਖਾ ਸਿੰਘ ਨੇ ਆਖਿਆ ਕਿ ਇਹ, ਮੈਂ ਤਾਂ ਕਹਿੰਦਾ ਕਿ ਦੋ ਹੀ ਹੋਣੇ ਚਾਹੀਦੇ ਆ, ਵੀ ਇੰਨੇ ਹੋਣੇ ਨਹੀਂ ਚਾਹੀਦੇ। ਤੇ ਅਸੀਂ ਵੀ ਆਖਿਆ ਵੀ ਜੇ ਤੁਸੀਂ ਕਰਨੇ ਆ, ਕੋਤਰੀ ਵੀ ਕਰਨੀ ਆ, ਤੇ ਇਹਨੂੰ ਮਰਿਆਦਾ ਦੇ ਭਾਗਾਂ ਦੇ ਅਨੁਸਾਰ ਕਰ ਲਓ। ਅੱਜ 2 ਕਰ ਲਏ, ਕੱਲ 5 ਕਰ ਲਏ, 10 ਕਰ ਲਏ, ਜਾਂ ਉਸ ਤਰ੍ਹਾਂ ਕੈਬਨ ਬਣ ਸਕਦੇ ਜਿੱਦਾਂ ਹੋਰ ਸਕਦੇ ਆ ਵੀ ਮਾਨ ਮਰਿਆਦਾ 'ਚ। ਤੇ ਗ੍ਰੰਥੀ ਸਿੰਘ ਜਿਹੜੇ ਆ ਉਹ ਸੰਥਿਆ ਜਿਨ੍ਹਾਂ ਨੇ ਲਈ ਹੋਵੇ, ਜਿਨ੍ਹਾਂ ਨੂੰ ਵਿਦਿਆ ਪੜ੍ਹੀ ਹੋਵੇ, ਉਹ ਗ੍ਰੰਥੀ ਸਿੰਘ ਲੱਗਣ। ਇਹ ਨਾ ਵੀ ਪਿੰਡੋਂ ਜਿਹੜੇ ਚੁੱਕ ਕੇ ਗ੍ਰੰਥੀ ਬਾਤ ਆ ਜਿਹਨੂੰ ਮਰਜੀ।
ਤੇ ਦੂਸਰੀ ਆਪਣੀ ਹੈਗੀ ਸੀ ਜਿਹੜੀ ਆਪਣੀ ਮਾਨ ਮਰਿਆਦਾ ਦੀ ਗੱਲ ਆ ਗਈ, ਕੋਤਰੀ ਦੀ ਆ ਗਈ, ਤੇ ਮਾਫੀ ਵਾਲੀ ਆ ਗਈ, ਸਿੱਖ ਪੰਥ ਤੋਂ ਮਾਫੀ ਮੰਗਣ ਤੇ ਮੀਡੀਆ ਦਾ ਹੀ ਮੰਗਣ। ਤੇ ਦੂਜੀ ਗੱਲ ਜਿਹੜੀ ਆ ਕਿ ਜਿਹੜੇ ਸਰੂਪ ਮਹਾਰਾਜ ਦੇ ਲਿਆਉਣੇ ਹਨ, ਸਤਿਕਾਰ ਸੇ ਤੋਂ ਮਹਾਰਾਜ ਦੇ ਸਰੂਪ ਲਿਆਣ ਕੇ ਪ੍ਰਕਾਸ਼ ਕੀਤੇ ਜਾਣ। ਜੇ ਲੋੜ ਪਵੇ ਅਵਲ ਤੇ ਉਹ ਜਿਹੜੇ 90 ਸਰੂਪ ਤੇ ਪਤਾ ਨਹੀਂ 101 ਤੋਂ ਜ਼ਿਆਦਾ ਦੱਸਦੇ ਹਨ, 90 ਸਰੂਪ ਤੇ ਬਾਬੇ ਲੱਖਾ ਸਿੰਘ ਕੋਲੇ ਪਏ ਹਨ। ਤੁਹਾਡੀ ਗੱਲ ਵਿੱਚ 90 ਸਰੂਪ ਡੇਰੇ ਦੇ ਵਿੱਚ ਵੈਸੇ ਪਏ ਆ, ਤਾਂ ਫਿਰ ਬਾਹਰੋਂ ਸਰੂਪ ਲਿਆਉਣ ਦੀ ਕੀ ਲੋੜ ਪੈਗੀ ਕਿ ਇਹ ਸਰੂਪ ਕਿਸੇ ਜਿੱਦਾਂ 2-3 ਧਿਰਾਂ ਹੈ ਨਾ ਇੱਥੇ ਵੀ ਆ ਫਲਾਣਾ ਸਿੰਘਾ ਤੇਰੇ ਤੋਂ ਸਰੂਪ ਨਹੀਂ ਲੈਣੇ, ਬਾਹਰੋਂ ਲੈ ਕੇ ਆਉਣੇ, ਇਹ ਕੀ ਮਤਲਬ ਬਣੇ? ਇਹਨਾਂ ਦੀ ਈਰਖਾ ਭਾਈ ਇੱਕ ਦੂਜੇ ਨਾਲ। ਮੈਂ ਉੱਥੇ ਗੱਲ ਅੱਜ ਤੁਹਾਡੇ ਸਾਹਮਣੇ ਸਾਂਝੀ ਕੀਤੀ ਵੀ ਇਹ ਈਰਖਾ ਕਿਉਂ? ਗੁਰੂ ਸਾਹਿਬ ਨੇ ਤੇ ਸਾਨੂੰ ਇੱਕੋ ਪਿਆਰ ਬਖਸ਼ਿਆ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਤੇ ਡੇਰੇਦਾਰ ਤਿੰਨ ਬਣੇ ਬੈਠੇ ਆ ਤੇ ਤਿੰਨਾਂ ਦੀ ਇੱਕ ਚ ਬਣਦੀ ਨਹੀਂ। ਤੇ ਮਹਾਰਾਜ ਦਾ ਸਰੂਪ ਜਿਹਦੇ ਕੋਲੇ ਪਏ ਆ 90, ਉਹਦੇ ਕੋਲੋਂ ਲਿਆਣ ਕੇ ਸੁਭਾਏਮਾਨ ਨਹੀਂ ਕਰਨੇ, ਪ੍ਰਕਾਸ਼ਮਾਨ ਨਹੀਂ ਕਰਨੇ, ਤੇ ਦੂਰੋਂ ਮੰਗਾਉਣੇ ਆ। ਇਹ ਕਿਉਂ ਹੋ ਰਿਹਾ? ਇਸ ਤਰ੍ਹਾਂ ਕਿਉਂ ਹੋ ਰਿਹਾ? ਇੱਕ ਕਿਉਂ ਨਹੀਂ ਹੋ ਰਿਹਾ? ਗੁਰੂ ਸਾਹਿਬ ਨੇ ਤੇ ਸਾਨੂੰ ਇੱਕ ਕੀਤਾ ਵਾ, ਅਸੀਂ ਧੜੇ ਬੰਦੀਆਂ ਬਣਾ ਲਈਆਂ। ਤੇ ਇਹਦੇ ਨਾਨਕ ਸਾਹਿਬ ਦਾ ਸੰਪਰਦਾ ਦੇ ਵਿੱਚ ਵੀ ਧੜੇ ਬੰਦੀਆਂ ਵਾ, ਉਹਨਾਂ ਨੇ ਮੰਨਿਆ ਵੀ ਤੇ ਸਾਨੂੰ ਨਮੋਸ਼ੀ ਵੀ ਮੰਨੀ ਵੀ ਇਹ ਗੱਲ ਨੂੰ ਉਹ ਚੁੱਪ ਕਰਕੇ, ਮਤਲਬ ਵੀ ਨਮੋਸ਼ੀ ਜਿਸ ਤਰ੍ਹਾਂ ਬੰਦਾ ਨਮੋਸ਼ੀ ਚੱਲਦਾ। ਤੇ ਇਸ ਕਰਕੇ ਜੋ ਵੀ ਆ ਹੋਈ ਆ ਸਤਿਕਾਰ ਨੂੰ ਲੈ ਕੇ ਹੋਈ ਆ, ਤੇ ਗੁਰੂ ਸਾਹਿਬ ਕਿਰਪਾ ਕਰਨ, ਕਿਉਂਕਿ ਸਾਡਾ ਮੇਨ ਮਕਸਦ ਜਿਹੜਾ ਸੀ ਕਿ ਗੁਰੂ ਸਾਹਿਬ ਦੀ ਮਾਨ ਮਰਿਆਦਾ ਜਿਹੜੀ ਆ ਉਹ ਲਾਗੂ ਹੋਵੇ। ਕਿਸੇ ਨੂੰ ਨੀਵਾਂ ਵਿਖਾਉਣਾ ਨਹੀਂ ਸੀ, ਕਿਸੇ ਨਾਲ ਬੰਦ ਕਮਰੇ 'ਚ। ਅੱਜ ਸਾਹਮਣੇ ਸਾਰੇ ਆਮ ਸੰਗਤਾਂ ਦੇ ਸਾਹਮਣੇ ਮੀਟਿੰਗ ਹੋਈ ਆ, ਕੋਈ ਬੰਦ, ਉਹ ਚਾਹੁੰਦੇ ਸੀ ਸਾਡੇ ਨਾਲ ਬੰਦ ਕਮਰੇ 'ਚ ਹੋਵੇ, ਅਸੀਂ ਆਖਿਆ ਨਹੀਂ ਹੋਵੇਗੀ। ਤੇ ਅੱਜ ਜਿਹੜਾ ਹੋਇਆ ਵਾ ਇਹ ਉਹਦਾ ਜਿਹੜਾ ਨਤੀਜਾ ਨਿਕਲਿਆ ਵਾ ਉਹ ਵਧੀਆ ਨਿਕਲਿਆ ਵਾ। ਇੱਕ ਮੈਂ ਹੋਰ ਪੁੱਛਦਾ, ਅੱਜ ਤੋਂ 12 ਦਿਨ ਪਹਿਲਾਂ ਗੁਰੂਸਰ ਕੌਂਕੇ ਸ਼ਹੀਦਾਂ ਦੇ ਪਿੰਡ ਮੀਟਿੰਗ ਹੋਈ ਸੀ, ਇਹੀ ਕੁਝ ਉੱਥੇ ਵੀ ਹੋ ਸਕਦਾ ਸੀਗਾ? ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ ਜਗਰਾਉਂ, ਅੱਜ ਤੁਸੀਂ ਫਿਰ ਇੱਥੇ ਬੈਠੇ, ਸੰਗਤਾਂ ਟੱਪਦੀਆਂ ਸੀ, ਬੜੀਆਂ ਹੈਰਾਨ ਸੀ, ਨਾਨਕ ਸਾਹਿਬ ਬੇਅਦਬੀ ਕਰਦੇ ਆ। ਜੇ ਤੁਸੀਂ ਮੈਟਲ ਲਏ ਹੋਏ ਸੀ ਨਾ ਸਾਰਿਆਂ ਨੇ, ਤਾਂ ਉਦੋਂ ਉੱਥੇ ਹੀ ਗੱਲ ਕਿਉਂ ਨਾ ਨਿਕਲੀ? ਇਹ ਉਹ ਚਾਹੁੰਦੇ ਸੀ ਨਾ, ਮੈਂ ਜਿਹੜੀ ਗੱਲ ਕਹਿ ਰਿਹਾ ਕਿ ਉਹ ਚਾਹੁੰਦੇ ਸੀ ਕਿ ਬੰਦ ਕਮਰੇ 'ਚ ਬੈਠਣ ਸਾਡੇ ਨਾਲ। ਅਸੀਂ ਆਖਿਆ ਅਸੀਂ ਬੰਦ ਕਮਰੇ 'ਚ ਨਹੀਂ ਬਹਿਣਾ, ਜੇ ਤੁਸੀਂ ਸੰਗਤਾਂ ਦੇ ਸਾਹਮਣੇ ਰੂਬਰੂ ਬੈਠੋਗੇ ਤਾਂ ਤੁਹਾਡੇ ਨਾਲ ਬੈਠਣਾ ਸੀ। ਤੇ ਥਾਣੇ ਅਸੀਂ ਇਸ ਕਰਕੇ ਗਏ ਵੀ ਜਿਹੜਾ ਫਿਰ ਕਾਰਵਾਈ ਆ ਉਹ ਕਾਨੂੰਨੀ ਕਾਰਵਾਈ ਇਹਨਾਂ 'ਤੇ ਹੋਵੇ। ਜਿਹੜਾ ਅੱਜ ਅਸੀਂ ਬੈਠੇ ਕਿ ਸੰਗਤਾਂ ਨੂੰ ਜਾਣੂ ਕਰਾਈਏ ਕਿ ਇਹ ਸਾਧੂ ਦੇ ਰੂਪ ਵਿੱਚ ਕੌਣ ਬੈਠੇ ਹਨ, ਜਿਹੜੇ ਸੰਗਤਾਂ ਨੂੰ ਭੁਲੇਖੇ ਵਿੱਚ ਰੱਖ ਕੇ ਆਪ ਦਾ ਸਤਿਕਾਰ ਕਰਾ ਰਹੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨੂੰ ਪਿੱਠ ਦੇ ਰਹੇ ਹਨ। ਲੱਗਦਾ ਵੀ ਅੱਜ ਤੋਂ ਬਾਅਦ ਜਿਹੜਾ ਸਾਧੂ ਵਾਲਾ ਬਾਹਰੀ ਰੂਪ ਆ ਉਹ ਅੰਦਰੀ ਰੂਪ ਵੀ ਹੋਊਗਾ। ਉਹ ਅੱਜ ਉਹਨੇ ਮੰਨਿਆ, ਲਿਖਤੀ ਰੂਪ 'ਚ ਵੀ ਮੰਨਿਆ, ਸੰਗਤ ਕੋਲੇ ਵੀ ਮੰਨਿਆ। ਤੇ ਜੇ ਨਾ ਹੋਵੇਗਾ ਤੇ ਫਿਰ ਵੀ ਖਾਲਸਾ ਪੰਥ ਜਿਉਂਦਾ ਹੈ। ਸਤਿਗੁਰੂ ਕਿਰਪਾ ਕਰੇ। ਜਿਹੜੀ ਸਤਿਕਾਰ ਕਮੇਟੀਆਂ ਵੱਲੋਂ, ਕਿਉਂਕਿ ਜਿੰਨੀਆਂ ਵੀ ਸਤਿਕਾਰ ਕਮੇਟੀਆਂ ਕੰਮ ਕਰਦੇ ਆ ਸਾਰੇ ਕਿਰਤੀ ਸਿੱਖ ਹਨ, ਆਪਦੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ, ਦਸਵੰਧ ਕੀ ਕਹੀ ਯਾਰ, ਦਸਵੰਧ ਦਾ 10 ਗੁਣਾ ਹੀ ਲੱਗ ਜਾਂਦਾ। ਆਪਦਾ ਕੱਢ ਕੇ, ਆਪਦਾ ਤੇਲ ਪਵਾ ਕੇ, ਆਪਦੀਆਂ ਗੱਡੀਆਂ ਲੈ ਕੇ ਸਾਰੇ ਇੱਥੇ ਪਹੁੰਚਦੇ ਹਨ। ਕੋਈ ਕਿਸੇ ਤੋਂ ਦਿਹਾੜੀ ਨਹੀਂ ਲੈਂਦਾ, ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦਾ। ਇਹ ਸਤਿਗੁਰੂ ਦੀ ਰਹਿਮਤ ਆ। ਇਹ ਸਤਿਗੁਰੂ ਨਾਨਕ ਪਾਤਸ਼ਾਹ ਨੇ ਇਹ ਤਿੰਨ ਹੀ ਗੱਲ ਕਹੀਆਂ ਸਨ, ਤਿੰਨ ਬਚਨ ਕੀਤੇ ਸੀ ਉਹਨਾਂ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆ, ਇਹ ਕਿਰਤ ਕਰਕੇ ਤੇ ਗੁਰੂ ਦੇ ਸਤਿਕਾਰ ਨੂੰ ਆਪ ਦੀ ਜਿੰਦ ਜਾਨ ਦੇ ਨਾਲ ਸਤਿਕਾਰ ਬਹਾਲ ਕਰਨ ਵਾਸਤੇ ਤੁਰ ਰਹੀ। ਤੁਹਾਡੀ ਵਿੱਚ ਹੀ ਹੈ, ਮੈਂ ਉਹਨਾਂ ਕੋਲ ਜਾਣਾ ਸੀ, ਪਰ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਕਿਹਾ ਵੀ ਗੱਡੀਆਂ ਆਪਣੀਆਂ ਤੇਲ ਪਾ ਕੇ ਆਉਣੇ ਆ, ਗੱਲ ਉਹਨੇ ਤੁਰੀ ਸੀ, ਕਹਿੰਦੇ ਉਹ ਡਰਾਈ ਹੈ ਗੱਲ, ਕਹਿੰਦੇ ਸਤਿਕਾਰ ਕਮੇਟੀ ਵਾਲਿਆਂ ਨੂੰ ਡੇਰੇ ਵੱਲੋਂ ਆਫਰ 'ਚ ਵੀ ਤੁਹਾਨੂੰ ਗੱਡੀਆਂ ਦੇ ਦਿੰਦੇ ਆ, ਸਾਡੇ ਨਾਲ ਸਮਝੌਤਾ ਕਰ ਦਿਓ। ਸਾਡੇ ਨਾਲ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਸੀ, ਪਹਿਲੇ ਦਿਨ ਤੋਂ ਹੀ ਇਸ ਗੱਲ ਤੇ ਅੜੇ ਹੋਏ ਸਾਂ ਕਿ ਅਸੀਂ ਬੰਦ ਕਮਰੇ 'ਚ ਬਹਿਣਾ ਹੀ ਨਹੀਂ। ਆਫਰ ਕਿਤਨਾ ਆ ਗਈ ਜਦੋਂ ਬੰਦ ਕਮਰੇ 'ਚ ਉਹਨਾਂ ਨਾਲ ਬੈਠੇ ਨਹੀਂ। ਜੇ ਉਦੋਂ ਬੈਠੇ ਕੌਂਕੇ ਕਲਾਂ, ਉਹ ਵੀ ਸੰਗਤੀ ਰੂਪ 'ਚ, ਤਾਂ ਤੁਸੀਂ ਵਿੱਚ ਮੌਜੂਦ ਸਾਂ। ਜੇ ਮੁੜ ਕੇ ਬੈਠੇ ਉਹ ਵੀ ਆਪਣੇ ਹੁਣ ਸੰਗਤੀ ਰੂਪ ਦੇ ਵਿੱਚ। ਇਸ ਤਰ੍ਹਾਂ ਦੀਆਂ ਅਫਵਾਹਾਂ ਕੌਣ ਡਾਰਿਆ? ਵੇਖੋ, ਇਹ ਅਫਵਾਹਾਂ ਲੋਕ ਅਡਾਉਂਦੇ ਹੁੰਦੇ ਆ। ਆਪਦੇ ਹੀ ਹੈ ਕਿ ਬਗਾਨੇ ਆ? ਇਹ ਬਗਾਨੇ ਨਹੀਂ ਡਾਉਂਦੇ ਹੁੰਦੇ, ਆਪਦੇ ਡਾਉਂਦੇ ਹੁੰਦੇ ਆ। ਦੂਸਰੀ ਗੱਲ, ਅਸੀਂ ਕੌਣ ਹਾਂ? ਇਹ ਦੁਨੀਆ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਹੀਂ ਬਖਸ਼ਿਆ। ਮੇਰੇ ਪਾਤਸ਼ਾਹ ਆਪ ਗੁਰਬਾਣੀ 'ਚ ਕਹੇ ਗਏ, ਕੋਈ ਕਹੇ ਭੂਤ ਨਾ, ਕੋਈ ਕਹੇ ਬੇਤਾਲਾ। ਠੀਕ ਨਾ? ਗੁਰੂ ਨਾਨਕ ਪਾਤਸ਼ਾਹ ਜਿਹੜੇ ਜਗਤ ਗੁਰੂ ਸਨ, ਉਹਨਾਂ ਨੂੰ ਨਹੀਂ ਬਖਸ਼ਿਆ। ਅਸੀਂ ਕਿਤੇ ਪਾਣੀ ਹਾਰਾਂ। ਅਸੀਂ ਇਹ ਸੇਵਾ ਜਾਰੀ ਰੱਖਾਂਗੇ। ਇਹੋ ਜਿਹੀ ਸਾਨੂੰ, ਕਿਉਂਕਿ ਅਸੀਂ ਕਿਰਤੀ ਸਿੰਘ ਆ, ਅਸੀਂ ਤੇ ਆਪਦੇ ਬੱਚਿਆਂ ਦੀਆਂ ਮੂੰਹਾਂ ਦੇ ਵਿੱਚੋਂ ਖੋ ਕੇ ਵੀ ਗੱਡੀ 'ਚ ਤੇਲ ਪਾ ਕੇ ਜਿੱਥੇ ਵੀ ਗੁਰੂ ਸਾਹਿਬ ਦੇ ਨਰਾਦਰੀ ਹੁੰਦੀ ਆ, ਇਹ ਸਤਿਕਾਰ ਕਮੇਟੀ ਪਹੁੰਚਦੀ ਆ। ਇਹ ਕਿਸੇ ਲਾਲਚ ਦੇ ਵਿੱਚ ਨਹੀਂ ਪਹੁੰਚਦੀ। ਇਹ ਤਾਂ ਇੱਕੋ ਇੱਕ ਸਾਡਾ ਮਕਸਦ ਵਾ, ਜਿੰਨਾ ਚਿਰ ਜਿੰਦੇ ਤੇ ਜਾਣ ਹੈਗੀ ਆ, ਗੁਰੂ ਸਾਹਿਬ ਦੇ ਸਤਿਕਾਰ ਨੂੰ ਜੂਝਦੇ ਰਵਾਂਗੇ। ਨਾਨਕਸਰ ਸੰਪਰਦਾ ਦਾ ਜਿਹੜਾ ਬਾਹਰੀ ਰੂਪ ਹੈਗਾ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਹੈ ਵੀ ਬਹੁਤ ਸਤਿਕਾਰ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿੰਨਾ ਸਤਿਕਾਰ ਨਾਨਕਸਰ ਸੰਪਰਦਾ ਕਰਦੀ ਹੈ ਬਾਹਰੀ ਰੂਪ 'ਚ। ਅਤਰ ਫੁੱਲਾਂ ਨੇ, ਉੱਥੇ ਫੁੱਲ ਆ, ਉੱਥੇ ਸ਼ੀਸ਼ੇ ਆ, ਬੜੀ ਬਖਸ਼ੀ ਸੱਚੇ ਪਾਤਸ਼ਾਹ ਦੀ। ਪਰ ਅੰਦਰੂਨੀ ਰੂਪ 'ਚ 29 ਅਗਸਤ ਵਾਲੀ ਵੀਡੀਓ ਜਿਹੜੀ ਆ, ਬੜਾ ਮਨ ਦੁਖਿਆ ਵੀ ਵਿੱਚੇ ਜੋੜੇ, ਵਿੱਚੇ ਗੱਡੀ ਦੇ ਵਿੱਚ ਮਹਾਰਾਜ ਦਾ ਕੋਈ ਚੌਰ ਸਾਹਿਬ ਨਹੀਂ ਹੈ, ਕੋਈ ਥੱਲੇ ਪਲੰਘਾ ਨਹੀਂ ਹੈ। ਤਾਂ ਅੱਜ ਸਮਝੌਤਾ ਜਾਂ ਰਾਜੀਨਾਮਾ ਜਾਂ ਜਿਹੜਾ ਬਹਿ ਕੇ ਮਤੇ ਸਾਂਝੇ ਹੋ ਗਏ ਨੇ, ਕੀ ਕਹਿਣਾ ਚਾਹੀਦਾ?
ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਦੋਂ 11 ਸਿੰਘਾਂ ਦੀ ਮੀਟਿੰਗ ਹੋਈ, ਗੁਰੂ ਕੀ ਸੰਗਤ ਨੇ 11 ਸਿੰਘਾਂ ਨੂੰ ਭੇਜਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਜਾ ਕਰਕੇ ਬੇਨਤੀ ਕੀਤੀ ਕਿ ਤੁਹਾਨੂੰ ਗੁਰੂ ਸਾਹਿਬਾਂ ਦੀ ਏਡੀ ਵੱਡੀ ਨਰਾਦਰੀ ਜਿਹੜੀ ਹੋਈ ਹੈ, ਇਹਦੇ ਬਾਰੇ ਤੁਸੀਂ ਕੀ ਸੋਚਿਆ ਹੈ? ਇਹ ਨਰਾਦਰੀ ਹੋਈ ਕਿਉਂ? ਉਹਨਾਂ ਦੀ ਕਥਨੀ ਸੀ ਕਿ ਇਹ ਜਿਹੜੀ ਨਰਾਦਰੀ ਹੈ, ਇਹ ਨਾਨਕਸਰ ਦੇ ਜਿਹੜੇ ਸੰਗੀ ਪ੍ਰੇਮੀ ਹੈ ਉਹਨਾਂ ਵੱਲੋਂ ਕੀਤੀ ਗਈ ਹੈ। ਤੇ ਸਿੰਘਾਂ ਨੇ ਬੇਨਤੀ ਕੀਤੀ ਸੀ, ਗੁਰਮੁਖ ਪਿਆਰਿਓ, ਸਰਕਾਰੀ ਦਫ਼ਤਰ ਕਿੰਨੇ ਦਾਇਰੇ ਨੇ, ਜੱਜ ਦੀ ਕੁਰਸੀ ਹੈ ਜਾਂ ਟੀਚਰ ਦੀ ਕੁਰਸੀ ਹੈ, ਉੱਥੇ ਉਹ ਬੈਠਦਾ ਹੈ ਜਿਹਦੇ ਕੋਲ ਕੋਈ ਡਿਗਰੀ ਹੁੰਦੀ ਹੈ। ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੀ ਸਰਕਾਰ, ਤਿੰਨਾਂ ਲੋਕਾਂ ਦੇ ਮਾਲਕ ਤੇ ਸਤਿਗੁਰਾਂ ਦੇ ਪਾਵਨ ਸਰੂਪ, ਤੁਸੀਂ ਆਮ ਜਿਹੜੇ ਸਿੱਖ ਨੇ ਉਹਨਾਂ ਦੀ ਡਿਊਟੀ ਲਾਈ ਆ। ਇਹ ਬੜੀ ਵੱਡੀ ਉਹਨਾਂ ਵੱਲੋਂ ਨਰਾਦਰੀ ਹੋਈ ਤੇ ਗਾਂ ਵਾਸਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ। ਗੁਰੂ ਸਾਹਿਬ ਕਿਰਪਾ ਕਰਨ, ਨਾਲ ਦਾ ਸਾਰੀ ਸੰਗਤ ਨੂੰ, ਸਾਰੇ ਜਗਤ ਨੂੰ ਇਹ ਬੇਨਤੀ ਕਰਦਾ ਹੈ ਕਿ ਜਿਵੇਂ ਇੱਥੇ ਬੇਅਦਬੀ ਹੋਈ ਹੈ, ਇਹਨੂੰ ਕੱਲਾ ਬੇਅਦਬੀ ਆਪਾਂ ਨਾਨਕਸਰ ਦੇ ਨਾਲ ਨਹੀਂ ਜੋੜਨਾ, ਬਲਕਿ ਆਪਣੇ ਪਿੰਡੋਂ ਪਿੰਡੀ, ਨਗਰਾਂ, ਸ਼ਹਿਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਬਹਾਲ ਰੱਖਣਾ ਹੈ। ਜਿਵੇਂ ਰਾਜਨੀਤਿਕ, ਇਸੇ ਤਰ੍ਹਾਂ ਸੰਪਰਦਾਵਾਂ ਦੇ ਆਪੇ ਬਣੇ ਮਹਾਂਪੁਰਖ, ਉਹਨਾਂ ਦੇ ਨਾਲ ਅੱਗੇ ਪਿੱਛੇ ਉਹਨਾਂ ਦੇ ਸੇਵਾਦਾਰ ਜਾਂਦੇ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਤਿਕਾਰ ਹੈ ਉਹ ਪੂਰਨ ਤੌਰ ਤੇ ਨਹੀਂ ਹੋ ਰਿਹਾ। ਤੇ ਸਤਿਗੁਰਾਂ ਦੇ ਬਚਨ ਨੇ ਸਤਵੇਂ ਪਾਤਸ਼ਾਹ ਦੇ, ਜਿਨ ਪੈ ਅਦਬ ਨ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਸਤਿਗੁਰੂ ਜੀ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ ਚਾਹੀਦਾ। ਆਪ ਜੀ ਵੀ ਸਿਆਣੇ ਹੋ, ਗੁਰਮੁਖ ਪਿਆਰਿਓ, ਜਦੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਦੋਂ ਅਸੀਂ ਗੁਰਦੁਆਰੇ ਸਾਹਿਬ ਤੋਂ ਪਾਵਨ ਸਰੂਪ ਲਿਆਉਣੇ, ਅਸੀਂ ਗੱਡੀ ਨੂੰ ਧੋਂਦੇ ਕਾਹਦੇ ਵਾਸਤੇ ਆ ਕਿ ਗੱਡੀ ਦੇ ਵਿੱਚ ਜੋੜੇ ਲੱਗੇ ਹੁੰਦੇ। ਤੇ ਜੇਕਰ ਅਸੀਂ ਖੁਦ ਸਤਿਗੁਰਾਂ ਦੇ ਸਰੂਪ, ਜਿਹੜੇ ਡਰਾਈਵਰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਕੇਸ ਨਹੀਂ ਰੱਖੇ, ਤੇ ਸਤਿਗੁਰਾਂ ਦੇ ਪਾਵਨ ਕੱਲੇ ਸਰੂਪ ਸੀਟ ਤੇ ਰੱਖ ਕੇ ਲੈ ਆਉਣੇ, ਨਾਲ ਜੋੜੇ ਰੱਖਦੇ ਨੇ, ਇਹ ਗੁਰਮੁਖ ਪਿਆਰਿਓ ਜ਼ਬਾਨ ਤੋਂ ਕਹਿਣ ਲੱਗਿਆਂ ਸਾਨੂੰ ਸ਼ਰਮ ਆਉਂਦੀ ਆ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ। ਭਾਈ ਸਾਹਿਬ, ਸਾਰੇ ਮੁਖੀ ਤਕਰੀਬਨ ਆਏ ਸੀ, ਬਾਬਾ ਕਾਲਾ ਸਿੰਘ ਨਹੀਂ ਸੀ ਆਏ। ਕੀ ਲੱਗਦਾ ਉਹਨਾਂ ਦੇ ਨਾ ਆਉਣ ਦਾ ਕਾਰਨ? ਕਿਉਂਕਿ ਪਿਛਲੇ ਦਿਨੀ ਉਹਨਾਂ ਨੇ ਇੱਕ ਤਾਂ ਵੀਡੀਓ ਪਾਈ ਸੀ ਵੀ ਅਸੀਂ ਗਲਤੀ ਮੰਨਦੇ ਆ, ਫਿਰ ਪਾਈ ਸੀ ਕਹਿੰਦੇ ਕਿਹੜੀਆਂ ਕਮੇਟੀਆਂ ਅਸੀਂ ਬੜੀ ਵੱਡੀ ਸੰਪਰਦਾ ਹੈਗੇ, ਇਹਨੂੰ ਤੁਸੀਂ ਕਿਵੇਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਉਹੀ ਦੱਸ ਸਕਦੇ ਆ, ਕਿਉਂਕਿ ਉਹਨਾਂ ਦਾ ਮਨ 'ਚ ਹੋ ਰਿਹਾ ਤੇ ਮੁੱਖ 'ਚ ਉਹਨਾਂ ਦੇ ਹੋ ਰਿਹਾ। ਕਿਉਂਕਿ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਆਪਣੇ ਆਪ ਨੂੰ ਸੰਤ ਨਾਂ ਦੇ ਨਾਲ ਸੰਤ ਲਿਖਵਾਉਣਾ ਤੇ ਬਾਬਾ ਆਨੰਦ ਸਿੰਘ ਜੀ ਬੰਦਗੀ ਵਾਲਿਆਂ ਦੇ ਰੂਹਾਂ ਦੇ ਅਸਥਾਨਾਂ ਦੇ ਉੱਤੇ ਸੇਵਾ ਕਰਨੀ, ਪਰ ਝੂਠ ਬੋਲਣਾ। ਝੂਠ ਵੀ ਉਹ ਬੋਲਣਾ ਜਿਹੜਾ ਸਿੱਖ ਸੰਗਤਾਂ ਦੇ ਸਾਹਮਣੇ ਆ, ਜੋ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਆਇਆ। 29 ਤਰੀਕ ਨੂੰ ਇੱਥੇ ਜਿਹੜੀ ਆ ਉਹ ਬੇਅਦਬੀ ਕੀਤੀ ਗਈ ਤੇ 30 ਤਰੀਕ ਨੂੰ ਇਹ ਸਾਰੇ ਤਿੰਨੇ ਸਾਧੂ ਮਹਾਤਮਾ ਵੱਲੋਂ ਜਿਹੜੀ ਆ ਬੈਠ ਕੇ ਖਿਮਾ ਜਾਚਨਾ ਕੀਤੀ ਗਈ, ਪਛੋਤਾਪ ਕੀਤਾ ਗਿਆ ਤੇ ਮਾਫੀ ਭੁੱਲ ਮੰਗੀ ਗਈ। ਉਹ ਇਹਨਾਂ ਨੇ ਆਪੇ ਹੀ ਮੰਗ ਲਈ ਮਾਫੀ। ਤੇ ਉਹਦੇ 'ਚ ਕੀ ਹੁੰਦਾ ਵਾ, ਉਦੋਂ ਬਾਅਦ ਐਰਕੀ ਪੁੰਨਿਆਂ ਦੇ ਦੀਵਾਨ ਤੇ ਇਹਨਾਂ ਦਾ ਇੱਕ ਰਾਗੀ ਸਿੰਘ, ਜਿਹਨੂੰ ਫੋਨ ਬਾਹਰੋਂ ਅੰਦਰੋਂ ਆਉਂਦੇ ਸੀਗੇ ਸਿੱਖ ਸੰਗਤਾਂ ਦੇ ਕਿ ਕਿਉਂਕਿ ਜਿਹੜੀਆਂ ਸਿੱਖ ਸੰਗਤਾਂ ਬਾਬਾ ਆਨੰਦ ਸਿੰਘ ਜੀ ਦੇ ਨਾਲ ਨਾਨਕਸਰ ਕਲੇਰਾਂ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਬਹੁਤ ਵੱਡੀ। ਉਹਨਾਂ ਨੇ ਸਵਾਲ ਕੀਤੇ ਇਹਨਾਂ ਦੇ ਰਾਗੀ ਸਿੰਘਾਂ ਨੂੰ, ਜਿਹੜੇ ਬਾਹਰ ਵਿਚਰਦੇ ਸੀ, ਕਿਉਂਕਿ ਇਹਨਾਂ ਨੇ ਤੇ ਸੇਵਾਦਾਰ ਰੱਖੇ ਆ ਫੋਨ ਸੁਣਨ ਵਾਸਤੇ, ਇਹ ਆਪ ਤੇ ਸੁਣਦੇ ਨਹੀਂ ਲੋਕਾਂ ਦੀਆਂ ਗੱਲਾਂ। ਤੇ ਜਦੋਂ ਉਹਨਾਂ ਨੂੰ ਸਵਾਲ ਕਰਦੇ ਸੀ ਤੇ ਉਹ ਰਾਗੀ ਸਿੰਘ ਨੇ ਇੱਥੇ ਪੁੰਨਿਆਂ ਦੇ ਦੀਵਾਨ ਤੇ ਇਹ ਗੱਲ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਇੱਥੇ ਅਵੱਗਿਆ ਹੋਈ ਆ ਨਾਨਕਸਰ ਕਲੇਰਾਂ ਵਿਖੇ, ਉਹਦੀ ਤਿੰਨਾਂ ਮਹਾਂਪੁਰਖਾਂ ਵੱਲੋਂ ਭੁੱਲ ਮੰਗ ਲਈ ਗਈ ਆ। ਉਹਨਾਂ ਨੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਕਿ ਇਹ ਗੱਲ ਦੀ ਖਿਮਾ ਜਾਚਨਾ ਮੰਗ ਲਈ ਆ। ਉਸ ਤੋਂ ਬਾਅਦ ਬਾਬਾ ਕਾਲਾ ਸਿੰਘ ਦਾ ਸਮਾਂ ਸੀਗਾ। ਬਾਬਾ ਕਾਲਾ ਸਿੰਘ ਨੇ ਆਪ ਸ਼ਬਦ ਵਰਤੇ, ਜਿਹਦੇ 'ਚ ਪਹਿਲਾਂ ਤੇ ਰਾਗੀ ਨੂੰ ਕਿਹਾ ਕਿ ਕੌਣ ਕਹਿੰਦਾ ਸਾਡਾ ਇੱਕ ਰਾਗੀ ਆਪੇ ਹੀ ਆਖੀ ਜਾਂਦਾ, ਤੇ ਅਸੀਂ ਕਿਸੇ ਕੋਲ ਮਾਫੀ ਨਹੀਂ ਮੰਗੀ, ਸਾਡੇ ਕੋਲ ਗਲਤੀ ਨਹੀਂ ਹੋਈ। 360 ਸ਼੍ਰੀ ਅਖੰਡ ਪਾਠ ਸਾਹਿਬ ਇੱਥੇ ਆਰੰਭ ਹੋਏ ਸੀਗੇ ਤੇ ਲੋਕਾਂ ਨੂੰ ਇਸ ਚੀਜ਼ ਦਾ, ਉਹਨਾਂ ਬੰਦਿਆਂ ਨੂੰ ਮਤਲਬ ਕਿ ਬੁਰਾ ਲੱਗਾ, ਉਹਨਾਂ ਨੂੰ ਜਰ ਨਹੀਂ ਸਕੇ ਉਹ 360 ਪਾਵਨ ਸਰੂਪ। ਦੂਜੇ ਬੰਨੇ ਨੂੰ ਗੱਲ ਕੀਤੀ, ਪਰ ਉਹਨੂੰ ਇਹ ਚੇਤਾ ਭੁੱਲ ਗਿਆ ਕਿ ਜਿਹੜੀ 30 ਤਰੀਕ ਨੂੰ ਵੀਡੀਓ ਅਸੀਂ ਜਨਤਕ ਕੀਤੀ ਆ, ਬੈਠ ਕੇ ਫਿਰ ਮਾਫੀ ਕਾਹਦੀ ਮੰਗੀ? ਝੂਠ ਕਿਉਂ ਬੋਲਦੇ ਆ ਯਾਰ? ਆਪਣੇ ਨਾਂ ਨਾਲ ਸੰਤ ਕਿਉਂ ਲਿਖਵਾਉਣੇ ਆ? ਇਹ ਤਾਂ ਕੋਈ ਆਮ ਸਿੱਖ ਹੋਵੇ
ਤੇ ਉਹ ਵੀ ਇਹ ਗੱਲ ਕਹਿੰਦਾ ਯਾਰ ਮੈਂ ਇੱਕ ਤਾਂ ਝੂਠ ਉਹ ਪਰੇ ਪੰਚਾਇਤ 'ਚ ਆਖੇ ਮੈਂ ਬੰਦਿਆਂ ਦੇ ਸਾਹਮਣੇ ਝੂਠ ਬੋਲਿਆ ਸੀ, ਪਰ ਹੁਣ ਸੱਚ ਬੋਲਿਆ ਸੀ, ਹੁਣ ਮੈਂ ਝੂਠ ਬੋਲੂੰਗਾ, ਜਾਂ ਮੈਂ ਝੂਠ ਬੋਲਿਆ ਸੀ ਹੁਣ ਸੱਚ ਬੋਲੂੰਗਾ। ਉਹਨੂੰ ਸ਼ਰਮ ਆਉਂਦੀ ਆ, ਪਰ ਇਹਨਾਂ ਲੋਕਾਂ ਨੂੰ ਸ਼ਰਮ ਹੀ ਕੋਈ ਨਹੀਂ ਕਿ ਜਿਹੜੀ ਵੱਡੀ ਇਹਨਾਂ ਨੇ ਸੰਗਤੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਮਾਫੀ ਮੰਗੀ। ਉਸ ਤੋਂ ਬਾਅਦ ਇਹਨਾਂ ਨੇ ਮਾਫੀ ਤੋਂ ਇਹ ਕਾਲਾ ਸਿੰਘ ਮਨੁੱਕਰ ਹੋ ਗਿਆ। ਤੇ ਹੁਣ ਅੱਜ ਇੱਥੇ ਜਦੋਂ ਸਿੱਖ ਸੰਗਤਾਂ ਵੱਲੋਂ ਟਾਈਮ ਬਣਾ ਕੇ ਮੋਰਚਾ ਲਾਇਆ ਗਿਆ ਸੀਗਾ ਕਿ ਜਿਹੜੀਆਂ ਸਿੱਖ ਸੰਗਤਾਂ ਬਹੁਤ ਵੱਡੇ ਪੱਧਰ ਤੇ ਲੱਖਾਂ ਕਰੋੜਾਂ ਰੁਪਏ ਇਹਨਾਂ ਨੂੰ ਸਾਧੂ ਮਹਾਤਮਾ ਸਮਝ ਕੇ ਦੇਈ ਜਾਂਦੀਆਂ, ਉਹਨਾਂ ਨੂੰ ਜਾਗਰੂਕ ਕਰੀਏ, ਉਹਨਾਂ ਨੂੰ ਦੱਸਿਆ ਜਾਵੇ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਨੂੰ ਕਿ ਇਹ ਬਾਬਾ ਆਨੰਦ ਸਿੰਘ ਦੇ ਪਾਏ ਪੂਰਨਿਆਂ ਦੇ ਨਹੀਂ ਚੱਲ ਰਹੇ ਰੋਕ। ਇਹ ਆਪਣੀ ਹੀ ਸ਼ੌਹਰਤ ਵਾਸਤੇ, ਆਪਣੀ ਈਰਖਾ ਦੇ ਵਸ ਹੋ ਕੇ ਇਹ ਲੋਕ ਬੰਦਗੀ ਭਗਤੀ ਨਹੀਂ ਕਰਦੇ, ਇਹ ਤਾਂ ਪੈਸਾ ਇਕੱਠਾ ਕਰਦੇ ਨੇ। ਇਹਨਾਂ 'ਚ ਹਉਮੈ ਹੰਕਾਰ ਬਹੁਤ ਜ਼ਿਆਦਾ, ਆਮ ਇਨਸਾਨ ਨਾਲੋਂ ਹਉਮੈ ਹੰਕਾਰ ਜ਼ਿਆਦਾ ਵਾ। ਤੇ ਉਹਦੇ ਵਿੱਚ ਸਿੱਖ ਸੰਗਤਾਂ ਨੂੰ, ਦੇਸ਼ਾਂ ਤੇ ਵਿਜੇਤਾਂ ਦੀਆਂ ਨੂੰ ਜਾਗਰੂਕ ਕਰਾਉਣ ਵਾਸਤੇ ਅੱਜ ਇੱਥੇ ਨਾਨਕਸਰ ਕਲੇਰਾਂ ਜਿਹੜਾ ਗੇਟ ਆ, ਮੁੱਖ ਗੇਟ, ਉੱਥੇ ਜਿਹੜਾ ਵਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘ ਸਾਰੇ ਧਰਨਾ ਮੋਰਚਾ ਲਾਇਆ ਸੀਗਾ ਸੰਗਤਾਂ ਨੂੰ ਜਾਗਰੂਕ ਕਰਾਉਣ ਵਾਸਤੇ। ਉਦੋਂ ਬਾਅਦ ਡੀਐਸਪੀ ਐਸਐਚਓ ਸਾਰੇ ਇੱਥੇ ਆਏ ਤੇ ਉਹਨਾਂ ਨੇ ਇਹਨਾਂ ਦੇ ਨਾਲ ਜਾਂ ਉਹਨਾਂ ਨਾਲ ਰਾਬਤਾ ਕੀਤਾ ਤਾਂ ਉਹ ਦੱਸ ਸਕਦੇ ਆ। ਤੇ ਇਹ ਮੁੜ ਕੇ ਉੱਥੋਂ ਸੰਪਰਦਾ ਤੋਂ ਕੋਈ ਸਿੰਘ ਇੱਥੇ ਸਾਡੇ ਕੋਲ ਧਰਨੇ 'ਚ ਪਹੁੰਚੇ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਨਾਲ ਬੈਠ ਕੇ ਜਿਹੜੀ ਉਹ ਵਿਚਾਰ ਵਟਾਂਦਰਾ ਕੀਤਾ ਜਾਵੇ। ਜਦੋਂ ਉੱਥੇ ਵਿਚਾਰ ਵਟਾਂਦਰਾ ਕਰਨ ਵਾਸਤੇ ਗਏ ਆ, ਉੱਥੇ ਜਾ ਕੇ ਪੁੱਛਿਆ, ਉੱਥੇ ਬਾਬਾ ਗੁਰਜੀਤ ਸਿੰਘ ਹਾਜ਼ਰ ਸੀਗਾ, ਬਾਬਾ ਲੱਖਾ ਸਿੰਘ ਹਾਜ਼ਰ ਸੀਗਾ, ਪਰ ਬਾਬਾ ਕਾਲਾ ਸਿੰਘ ਨਹੀਂ ਸੀਗਾ। ਤੇ ਜਦੋਂ ਉਹਦੇ ਸਿੰਘ ਨੂੰ ਪੁੱਛਿਆ, ਜਿਹੜਾ ਉਹਦੇ ਤੋਂ ਥੱਲੇ ਸਿੰਘ ਆ ਜ਼ਿੰਮੇਵਾਰ ਆ, ਉਹਨੂੰ ਪੁੱਛਿਆ ਵੀ ਤੈਨੂੰ ਉਹਨਾਂ ਨੇ ਭੇਜਿਆ ਕਿ ਤੂੰ ਆਪੇ ਆਇਆ, ਵੀ ਤੂੰ ਤਾਂ ਕਹੇਗਾ ਉਹਦਾ ਵੱਖਰਾ ਮੈਟਰ ਰਹਿਣ ਦਿਓ, ਅਸੀਂ ਆਪੇ ਕਰ ਲਾਂਗੇ, ਇਹਨਾਂ ਨਾਲ ਕਰ ਲੈਨੇ। ਉਹਨੇ ਕਿਹਾ ਨਾ ਅਸੀਂ ਤਾਂ ਨਾਲ ਨਿਬੇੜਨਾ ਚਾਹੁੰਦੇ ਆ, ਤੇ ਮੈਨੂੰ ਤੇ ਬਾਬਾ ਕਾਲਾ ਸਿੰਘ ਨੇ ਭੇਜਿਆ। ਹੁਣ ਉਹਦੇ ਸਾਈਨ ਵੀ ਅਸੀਂ ਲਏ ਆ, ਉਹਨਾਂ ਨੇ ਬੋਲ ਕੇ ਵੀ ਸਾਰਾ ਕੁਝ ਦਿੱਤਾ। ਪੂਰਨ ਤੌਰ ਤੇ ਜਿੱਦਾਂ ਸਿੱਖਾਂ ਦੀ ਮਰਿਆਦਾ ਹੁੰਦੀ ਆ, ਆਪਾਂ ਉਦੋਂ ਜਗਰਾਉਂ ਵਾਲੇ ਥਾਣੇ ਦੇ ਬਾਹਰ ਖਲੋਤੇ ਸੀ, ਅਸੀਂ ਵੀ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਕੈਮਰਿਆਂ ਦੇ ਨਾਲ ਲਿਆਈਏ। ਤਾਂ ਅੱਜ ਗੁਰਮਰਿਆਦਾ ਅਨੁਸਾਰ ਜਿਹੜਾ ਮਾਮਲਾ ਨਿਬੜ ਗਿਆ ਹੈਗਾ। ਆਉਣ ਵਾਲੇ ਸਮੇਂ 'ਚ ਸਤਿਕਾਰ ਕਮੇਟੀ ਵੱਲੋਂ ਨਾਨਕਸਰ ਖਿਲਾਫ, ਨਾਨਕਸਰ ਵੱਲੋਂ ਜਾਂ ਇਹਨਾਂ ਦੇ ਜਿਹੜੇ ਕੁਝ ਸੰਗੀ ਸੇਵਕ ਜਿੱਦਾਂ ਸੋਸ਼ਲ ਮੀਡੀਆ ਤੇ ਨਾ ਤੁਹਾਡੇ ਬਾਰੇ ਕਾਫੀ ਆਪੇ ਬਣੇ ਆ ਜੀ, ਗੁੰਡਾਗਰਦੀ ਕਰਦੇ ਆ ਜੀ, ਜਿਹੜੇ ਤੁਹਾਡੇ ਨਾਲ ਸੰਗਤ ਜੁੜੀ ਹੈ ਉਹ ਇਹਨਾਂ ਬਾਰੇ ਕਹਿ ਰਹੀ ਵੀ ਇਹ ਬੇਅਦਬੀ ਕਰਦੇ, ਹਾਲਾਂਕਿ ਇਹਨਾਂ ਵੱਲੋਂ ਤਾਂ ਕੁਤਾਹੀ ਕੀਤੀ ਵੀ ਗਈ ਆ। ਆਉਣ ਵਾਲੇ ਸਮੇਂ 'ਚ ਸਭ ਕੁਝ ਨਹੀਂ ਹੋਊਗਾ। ਇਹ ਤਾਂ ਆਪੋ ਆਪਣੀ ਸੋਚ ਆ। ਜਿਹੜੇ ਕੁਝ ਤੇ ਹੈਗੇ ਆ ਇਧਰਲੇ ਬੰਨਿਓ ਵੀ ਨਾਨਕਸਰ ਵੱਲੋਂ ਸਿਰਫ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਬਹਿ ਕੇ ਫੇਸਬੁੱਕ ਹੀ ਸ਼ੇਅਰ ਆ, ਉਹ ਤਾਂ ਜੋ ਮਰਜ਼ੀ ਕਹੀ ਜਾਣ, ਕਿਉਂਕਿ ਅਸੀਂ ਕਿਸੇ ਦਾ ਦੇਣਦਾਰ ਨਹੀਂ ਗੇ, ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦੇਣਦਾਰ ਆ। ਅਸੀਂ ਜੋ ਪੰਥ ਦੀ ਮਰਜ਼ਾਦਾ ਵਾ ਅਸੀਂ ਉਹਨੂੰ ਫੋਲੋ ਕਰਨਾ ਵਾ, ਅਸੀਂ ਉਸ ਮਾਨ ਮਰਜ਼ਾਦਾ ਤੋਂ ਪਾਸੇ ਨਹੀਂ ਜਾ ਸਕਦੇ। ਇਹ ਲੋਕ ਆਪਣੇ ਹਿਸਾਬ ਦੇ ਨਾਲ ਜੋ ਮਰਜ਼ੀ ਕਹੀ ਜਾਣ, ਉਹ ਤਾਂ ਸਾਨੂੰ ਕੋਈ ਉਹਦਾ ਫਰਕ ਨਹੀਂ ਪੈਂਦਾ। ਬਾਕੀ ਜਿਹੜੀਆਂ ਇਧਰਲੇ ਬੰਨੇ ਗੁਰਸਿੱਖ ਸੰਗਤਾਂ ਵਾ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਵਿੱਚ ਅੱਗੇ ਤਰੇੜਾਂ ਬਹੁਤ ਪੈ ਚੁੱਕੀਆਂ। ਜਿਸ ਤਰ੍ਹਾਂ ਹੁਣ ਮੰਨ ਲਓ ਟਕਸਾਲੀ ਮਸ਼ੀਨਰੀ, ਹੁਣ ਹੈ ਤਾਂ ਅਸੀਂ ਗੁਰੂ ਕੇ ਸਿੱਖ, ਉਸ ਬੰਦੇ ਨੂੰ ਤਾਂ ਅਸੀਂ ਪਿਛਾਂਹ ਫਟਕਾਰ ਸਕਦੇ ਹਾਂ ਜਿਹੜਾ ਸਾਡੇ ਸਰੋਵਰਾਂ ਤੇ ਜਾਂ ਗੁਰੂ ਸਾਹਿਬਾਂ ਦੀ ਬਣਾਈ ਮਾਣ ਮਰਜ਼ਾਦਾ ਤੇ ਕੋਈ ਕਿੰਤੂ ਕਰੇ, ਉਹਨੂੰ ਤਾਂ ਅਸੀਂ ਫਟਕਾਰੀਏ। ਪਰ ਜਿਹੜੇ ਕੋਈ ਸਿੱਖ, ਭਾਵੇਂ ਉਹ ਕੋਈ ਕਾਲਜ ਤੋਂ ਪੜ੍ਹਿਆ ਵਾ, ਭਾਵੇਂ ਕਿਸੇ ਸੰਸਥਾ ਤੋਂ ਪੜ੍ਹਿਆ ਵਾ, ਹੈ ਤਾਂ ਗੁਰੂ ਦਾ ਸਿੱਖ, ਪਰ ਜਦੋਂ ਅਸੀਂ ਉਹ ਇੰਨੀ ਜਿਹੜਾ ਸਾਡੀ ਈਰਖਾ ਵੱਧਦੀ ਜਾਂਦੀ ਆ ਤੇ ਪਚੋਲਿਆਂ ਵਾਲਿਆਂ ਨੂੰ ਆਖੀ ਜਾਂਦੇ ਟਕਸਾਲੀ ਆ, ਦੂਜਾ ਆਖੀ ਜਾਂਦਾ ਮਸ਼ੀਨਰੀ ਆ, ਤੇ ਜਿਹੜੇ ਨਿਹੰਗ ਸਿੰਘ ਆ ਉਹ ਆਖੀ ਜਾਂਦੇ ਸਾਡੀ ਸੰਪਰਦਾ ਦਾ, ਦੂਜਾ ਦੂਜੇ ਦਾ। ਪਰ ਉੱਥੇ ਇਹ ਆ ਕਿ ਸਾਨੂੰ ਗੁਰੂ ਕੇ ਸਿੱਖ ਬਣਨਾ ਚਾਹੀਦਾ ਤੇ ਗੁਰੂ ਕੇ ਸਿੱਖ ਹੋਣ ਦੇ ਨਾਤੇ ਸਾਨੂੰ ਕਿਸੇ ਤੇ ਨਜਾਇਜ਼ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਬਾਕੀ ਤੁਸੀਂ ਇੱਕ ਵਚਨ ਕੀਤਾ ਵਾ ਕਿ ਜੇ ਆਉਣ ਵਾਲੇ ਸਮੇਂ ਜੀ ਅਸੀਂ ਇਹ ਬੇਨਤੀ ਕੀਤੀ, ਉਹਨਾਂ ਕੋਲ ਲਿਖਤੀ ਲਿਆ ਗੁਰੂ ਸਾਹਿਬ ਦੇ ਪ੍ਰਥਾਏ ਕਿ ਜੇਕਰ ਕੋਈ ਗੱਲ ਕੁਤਾਹੀ ਹੁੰਦੀ ਆ ਤੁਸੀਂ ਜ਼ਿੰਮੇਵਾਰ ਆ। ਜੇਕਰ ਉਹ ਫਿਰ ਵੀ ਲਿਖ ਕੇ ਦੇਣ ਤੋਂ ਬਾਅਦ, ਮੀਡੀਆ ਦੇ ਦੇਣ ਤੋਂ ਬਾਅਦ ਵੀ ਕੋਈ ਕੁਤਾਹੀ ਹੁੰਦੀ ਆ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ, ਤੇ ਫਿਰ ਇਹ ਜਿਹੜੇ ਸਾਰੇ ਸਿੰਘ ਕਿਰਤੀ ਆ ਫਿਰ ਇਸੇ ਤਰ੍ਹਾਂ ਹੀ ਆਉਣਗੇ ਜੀ। ਤਾਂ ਅੱਜ ਪੂਰਨ ਤੌਰ ਤੇ ਗੁਰਮਰਿਆਦਾ ਅਨੁਸਾਰ ਜਿਹੜਾ ਹੈਗਾ ਨਾਨਕਸਰ ਕਲੇਰਾਂ ਦੇ ਅਸਥਾਨ ਦੇ ਉੱਤੇ ਜਿਹੜਾ ਉਹ ਗੱਲਬਾਤ ਹੋਈ ਹੈਗੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੁਤਾਹੀ ਪਿਛਲੇ ਦਿਨੀ ਹੋਈ ਆ ਉਹਦਾ ਧਿਆਨ ਜਿਹੜਾ ਨਾਨਕਸਰ ਸੰਪਰਦਾ ਨੇ ਇਹ ਵਾਅਦਾ ਸੰਗਤ ਨਾਲ ਗੁਰੂ ਮਹਾਰਾਜ ਤੋਂ ਜਿਹੜਾ ਮਾਫੀ ਮੰਗਣ ਦਾ ਵੀ ਜਿਹੜਾ ਹੈਗਾ ਉਹ ਬਚਨ ਦਿੱਤਾ। ਆਉਣ ਵਾਲੇ ਸਮੇਂ 'ਚ ਨਾਨਕਸਰ ਸੰਪਰਦਾ ਦੇ ਜਿਹੜੇ ਆਗੂ ਨੇ ਜਾਂ ਜਿੰਨੇ ਵੀ ਸਿੱਖ ਸੰਗਤ ਜਿਹੜੀ ਉਸ ਦਿਨ ਹਾਜ਼ਰ ਸੀ, ਜਿਸ ਦਿਨ ਕੁਤਾਹੀ ਹੋਈ ਆ, ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਣਗੇ। ਤਾਂ ਅੱਜ ਜਿਹੜਾ ਪ੍ਰਦਰਸ਼ਨ ਸੀਗਾ ਨਾਨਕਸਰ ਕਲੇਰਾਂ ਸੰਪਰਦਾ ਦੇ ਖਿਲਾਫ, ਉੱਥੇ ਸਿੰਘ ਪਹੁੰਚੇ ਆ, ਗੁਰਪ੍ਰੀਤ ਸਿੰਘ ਜਿਉਣ ਵਾਲਾ ਤੇ ਰਾਜਾ ਸਿੰਘ ਖਖਰਾਣਾ ਸੀ, ਗੱਲਬਾਤ ਕਰਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੌਜੋ ਕਿਵੇਂ ਲੈਨੇ ਹੋ ਨਾਨਕਸਰ ਸੰਪਰਦਾ? ਬੜੀ ਸਤਿਕਾਰਯੋਗ ਸੰਪਰਦਾ ਸਿੱਖ ਪੰਥ ਦੀਆਂ ਪੁਰਾਣੀਆਂ ਸੰਸਥਾਵਾਂ ਚੋਂ ਆ, ਅਣਗਿਣਤ ਗਿਣਤੀ ਜਿਹੜੀ ਆ ਸਿੱਖ ਪਰਿਵਾਰ ਜਿਹੜੇ ਇਸ ਡੇਰੇ ਨਾਲ ਜੁੜੇ ਹੋਏ ਆ, ਕਿਉਂਕਿ ਡੇਰਾ ਹੀ ਆ ਹਨਾ। ਤੇ ਜਿਹੜੀ ਕੁਤਾਹੀ ਹੋਣਾ, ਏਡੀ ਵੱਡੀ ਕੁਤਾਹੀ ਹੋਣਾ, ਫਿਰ ਇੰਨੇ ਦਿਨ ਉਹ ਕੁਤਾਹੀ ਨੂੰ ਪ੍ਰਵਾਨ ਨਾ ਕਰਨਾ, ਅੱਜ ਵੀ ਤਾਂ ਅਖੀਰ ਨੂੰ ਸੰਗਤ 'ਚ ਫੈਸਲਾ ਹੋਇਆ ਹੀ ਆ, ਪੁਲਿਸ ਕੋਲ ਕੇਸ ਚਲੇ ਜਾਣਾ, ਧਰਨਾ ਲੱਗਣਾ। ਕੀ ਲੱਗਦਾ ਇਹ ਫੈਸਲਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ? ਕੋਈ ਗਲਤੀ ਹੋ ਜਾਂਦੀ, ਬੰਦੇ ਤੋਂ ਵੱਡਾ ਹੋਵੇ ਛੋਟਾ ਹੋਵੇ, ਗਲਤੀ ਹੋ ਸਕਦੀ ਆ, ਇਹਨਾਂ ਲੇਟ ਹੋਣ ਦਾ ਕੀ ਕਾਰਨ?
ਲੇਟ ਤਾਂ ਹੁਣ ਇਹਨਾਂ ਨੇ ਪਹਿਲਾਂ ਤਾਂ ਕਾਰਵਾਈ 'ਚ ਇਹਨਾਂ ਨੇ ਟੋਟਲੀ ਜੋ ਕੀਤੀ ਹੈ ਇਹਨਾਂ ਨੇ ਸਿੱਖ ਸੰਸਥਾਵਾਂ ਨੇ ਕੀਤੀ ਹੈ। ਇਹ ਵੀਰ ਸਾਰੀਆਂ ਗੱਲਾਂ 'ਚ ਹਾਜ਼ਰ ਸੀ। ਮੈਂ ਅੱਜ ਪਹਿਲੇ ਦਿਨ ਆਇਆ, ਜੋ ਇਹਨਾਂ ਭਰਾਵਾਂ ਤੋਂ ਸੁਣਿਆ ਵੀ ਇਹਨਾਂ ਨੇ ਆਹ ਗੱਲਾਂ ਕੀਤੀਆਂ, ਵੀ ਆਹ ਗੱਲਾਂ 'ਚ ਇਹ ਪਿੱਛੇ ਹਟਦੇ ਸੀਗੇ, ਉਹਨਾਂ ਗੱਲਾਂ 'ਚ ਜਾਣੀ ਕਿ ਵੀ ਤਿੰਨੇ ਮੁਖੀਆਂ ਨੂੰ ਬੁਲਾ ਕੇ ਤੇ ਆਪਦੀ ਜਿਹੜੀ ਪਛਤਾਤਾਪ ਸੀਗੀ ਵੀ ਉਹ ਕਰਨੀ ਪੈਣੀ ਸੀਗੀ, ਤੇ ਉਹ ਸਿੱਖ ਸੰਸਥਾਵਾਂ ਚਾਹੁੰਦੀਆਂ ਤੇ ਸਿੱਖ ਜਗਤ ਚਾਹੁੰਦਾ ਸੀਗਾ। ਉਹਦੇ 'ਚ ਅੱਜ ਜਿਹੜਾ ਇਹਨਾਂ ਨੇ ਨੋਮੀਨੇਟ ਕੀਤਾ ਤੇ ਇੱਥੇ ਸਾਰਿਆਂ ਨੂੰ ਬੁਲਾਇਆ ਗਾ, ਆ ਕੇ ਅਸੀਂ ਪ੍ਰਦਰਸ਼ਨ ਕੋਈ ਨਹੀਂ ਕੀਤਾ, ਸਤਨਾਮ ਵਾਹਿਗੁਰੂ ਦਾ ਜਾਪ ਕੀਤਾ, ਆ ਕੇ ਵੀ ਅਸੀਂ ਗੱਲ ਕਰਨੀ। ਪ੍ਰਸ਼ਾਸਨ ਆ ਕੇ ਕਹਿੰਦਾ ਵੀ ਗੱਲ ਕਰੋ, ਜਦੋਂ ਉਹਨਾਂ ਨੇ ਕਿਹਾ ਤੇ ਅਸੀਂ ਗੱਲ ਕਰਨ ਵਾਸਤੇ 11 ਬੰਦੇ ਇੱਥੋਂ ਚਲੇ ਗਏ ਆ। ਜਿਹੜਾ ਕੋਈ ਉੱਥੇ ਜਾ ਕੇ ਜਦੋਂ ਆਮਣੇ ਸਾਹਮਣੇ ਬੈਠੇ ਬਾਬਾ ਲੱਖਾ ਸਿੰਘ ਤੇ ਕਾਲਾ ਸਿੰਘ ਜੀ ਵੱਲੋਂ ਆਗਿਆਪਾਲ ਸਿੰਘ ਤੇ ਇੱਕ ਗੁਰਜੀਤ ਸਿੰਘ ਬਾਬਾ ਗੁਰਚਰਨ ਸਿੰਘ, ਉਹਨਾਂ ਨਾਲ ਜਦੋਂ ਵਾਰਤਾਲਾਪ ਸ਼ੁਰੂ ਹੋਇਆ ਵੀ ਉਹਦੇ ਵਿੱਚ ਕਈ ਗੱਲਾਂ ਜਾਣੀ ਕਿ ਵੀ ਜਿਹੜੀਆਂ ਸਿੱਖ ਸੰਸਥਾਵਾਂ ਦੇ ਜਥੇਬੰਦੀਆਂ ਦੇ ਮੁਖੀ ਸੀ ਉਹਨਾਂ ਵੱਲੋਂ ਕੀਤੀਆਂ ਗਈਆਂ, ਬੜੇ ਸੋਹਣੇ ਸੰਦਰਭ 'ਚ ਉਹਨਾਂ ਨਾਲ ਬਚਨ ਹੋਏ ਆ। ਬਾਬਾ ਲੱਖਾ ਸਿੰਘ ਨੇ 3-4 ਵਾਰੀ ਡੂੰਘੇ ਸ਼ਬਦਾਂ 'ਚ ਬੋਲਿਆ ਵੀ ਆ ਵੀ ਹਿਰਦੇ ਸਾਡੇ ਵੀ ਬਲੁੰਦਰੇ ਗਏ ਆ, ਜਾਂ ਇਹ ਤਾਂ ਹੁਣ ਮਹਾਰਾਜ ਜਾਣਦੇ ਆ ਜੀ ਸੱਚੇ ਪਾਤਸ਼ਾਹ ਨਾ, ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਜਦੋਂ ਅਸੀਂ ਗੁਰੂ ਨੂੰ ਸਾਖੀ ਮੰਨ ਕੇ ਕੋਈ ਕਾਰਵਾਈ ਕਰਦੇ ਆ, ਸਿੱਖ ਸੰਗਤ ਦਾ ਗੁਰਮਤਾ ਵਿਸ਼ਾ ਉੱਥੇ ਵਧਿਆ ਸੋਹਣੇ ਸਲੀਕੇ ਨਾਲ ਜਦੋਂ ਗੱਲ ਹੋਈ। ਤੇ ਹੁਣ ਜਾਣੀ ਕਿ ਵੀ ਜਿਹੜਾ ਉਹਨਾਂ ਨੇ ਬਚਨ ਦਿੱਤਾ ਫੇਰ ਲੇਟ ਫਸ਼ੇਟ ਤਾਂ ਜ਼ਰੂਰ ਹੋਏ ਆ, ਪਰ ਪਹੁੰਚ ਕੇ ਆਪਦਾ ਉਹਨਾਂ ਨੇ ਜਾਣੀ ਕਿ ਵੀ ਪੂਰੀ ਸਿੱਖ ਸੰਗਤ ਤੋਂ ਟੀਵੀ ਤੇ ਜਾਣੀ ਕਿ ਜੋਨੀ ਬਾਬਾ ਵੱਲੋਂ, ਉਹਨਾਂ ਵੱਲੋਂ, ਸੰਪਰਦਾਵਾਂ ਵੱਲੋਂ ਤਿੰਨੇ ਮੁਖੀ ਉਹ ਮੌਜੂਦ ਸੀਗੇ, ਤੇ ਜੋਨੀ ਬਾਬਾ ਵੱਲੋਂ ਬੋਲੀ ਗਈ ਆ ਤੇ ਪਛਤਾਤਾਪ ਕੀਤਾ ਤੇ ਲਿਖਤੀ ਰੂਪ 'ਚ ਸਿੱਖ ਸੰਗਤ ਨੂੰ ਵੀ ਦਿੱਤਾ ਉਹਨਾਂ ਨੇ। ਬਿਲਕੁਲ, ਤਾਂ ਪੂਰਨ ਤੌਰ ਤੇ ਗੁਰਮਰਿਆਦਾ ਅਨੁਸਾਰ ਜਿਹੜਾ ਹੈਗਾ ਉਹ ਸੰਗਤ ਦਾ ਫੈਸਲਾ ਹੋ ਗਿਆ। ਰਾਜਾ ਸਿੰਘ ਜੀ, ਜਿੱਦਾਂ ਦਾ ਹੀ ਇਹ ਵਿਵਾਦ ਖੜਾ ਹੋਇਆ, ਤੁਹਾਡੇ ਸਤਿਕਾਰ ਕਮੇਟੀਆਂ ਨਾਲ ਜੁੜੇ ਹੋਏ ਸਿੰਘ ਨਾਨਕਸਰ ਬਾਰੇ, ਨਾਨਕਸਰ ਸੰਪਰਦਾ ਨਾਲ ਜੁੜੇ ਹੋਏ ਜਿਹੜੇ ਸਿੰਘ ਆ ਉਹ ਸਤਿਕਾਰ ਕਮੇਟੀਆਂ ਬਾਰੇ ਕਾਫੀ ਕੁਝ, ਕੋਈ ਕਹਿ ਰਿਹਾ ਸੀ ਇਹ ਗੁੰਡੇ ਆਏ ਪੈਸੇ ਬਦਲੇ ਕਰਦੇ ਨੇ, ਕੋਈ ਕਹਿ ਰਿਹਾ ਸੀ ਨਾਨਕਸਰੀਏ ਪਖੰਡ ਕਰਦੇ ਆ, ਉੱਥੇ ਵੀ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ। ਤਾਂ ਕੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਘੱਟੋ ਘੱਟ ਜਿਹੜਾ ਆਪਸੀ ਜਿਹੜੀ ਸਿੱਖਾਂ ਦੇ ਵਿੱਚ ਭਰਾ ਮਾਰੂ ਕਿਤੇ ਨਾ ਕਿਤੇ, ਬੇਸ਼ੱਕ ਚਲੋ ਮੁੱਦਾ ਬੜਾ ਅਹਿਮ ਸੀਗਾ ਵੀ ਗੱਡੀਆਂ ਦੇ ਵਿੱਚ ਗੁਰੂ ਮਹਾਰਾਜ ਦੇ ਸਤਿਕਾਰ ਦੇ ਵਿੱਚ ਕੁਤਾਹੀ ਹੋਈ, ਸੋ ਨਹੀਂ ਸੀ ਹੋਣੀ ਚਾਹੀਦੀ, ਪਰ ਉਹਦੀ ਆੜ ਦੇ ਵਿੱਚ ਕੁਝ ਲੋਕ ਹੱਦੋਂ ਵੱਧ ਕੇ ਇਹਨਾਂ ਸੰਪਰਦਾਵਾਂ ਦੇ ਖਿਲਾਫ ਵੀ ਤਾਂ ਬੋਲ ਰਹੇ ਸੀ। ਦੇਖੋ ਜੀ, ਨਾਨਕਸਰ ਸੰਪਰਦਾ ਸਤਿਕਾਰਯੋਗ ਆ। ਮਹਾਂਪੁਰਖ ਬਾਬਾ ਨਾਨਕ ਸਿੰਘ ਜੀ ਨੇ ਬੜੀ ਬੰਦਗੀ ਕੀਤੀ ਆ, ਤੇ ਜਿੱਥੇ ਆਪਾਂ ਖੜੇ ਆ, ਮੇਰਾ ਸ਼ਾਇਦ ਇਲਾਕਾ, ਮੈਂ ਇੱਧਰਲੇ ਪਾਸੇ ਮਾਲਵੇ 'ਚ ਆਪਾਂ ਦੇ ਵਿਚਰਦੇ ਆ, ਤੇ ਪੂਰੀ ਜਿਹੜਾ ਹੈਗਾ ਵੀ ਮਹਾਂਪੁਰਖਾਂ ਦਾ ਸਤਿਕਾਰ ਕਰਦੀ ਆ ਦੁਨੀਆ, ਤੇ ਉਹਨਾਂ ਤੇ ਅਸੀਂ ਕਿੰਤੂ ਕੋਈ ਨਹੀਂ ਕੀਤਾ। ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਅਸੀਂ ਖੁੱਲ੍ਹ ਕੇ ਬੋਲੇ ਵੀ ਆ, ਸਾਡਾ ਫਰਜ਼ ਵੀ, ਅਸੀਂ ਗੁਰੂ ਦਾ ਖਾਂਦੇ ਆ ਤੇ ਖੁੱਲ੍ਹ ਕੇ ਬੋਲਣਾ ਸਾਡਾ ਫਰਜ਼ ਵੀ ਆ। ਜਿਹੜੇ ਬੰਦਿਆਂ ਨੇ ਕਿੰਤੂ ਕੀਤਾ, ਵੀ ਜਿਹੜੇ ਕਿੰਤੂ ਪਰੰਤੂ ਕਰਦੇ ਆ, ਉਹਨਾਂ ਨੇ ਹਟਣਾ ਨਹੀਂਗਾ, ਉਹਨਾਂ ਨੇ ਅੱਜ ਵੀ ਨਹੀਂ ਹਟਣਾਗਾ, ਤੇ ਜਿਹੜਾ ਹੈਗਾ ਵੀ ਉਹਨਾਂ ਨੂੰ ਤਾਂ ਕੋਈ ਸਵਾਲ ਨਹੀਂ, ਉਹਨਾਂ ਨੇ ਅੱਜ ਵੀ ਨਵੇਂ ਕੱਢ ਲੈਣੇ ਆ ਜੀ, ਇਹ ਨਹੀਂ ਉਹ ਨਹੀਂ, ਇਹ ਤਾਂ ਕਰਨੀਆਂ ਹੀ ਆ, ਹੈ ਜੀ। ਤੇ ਜਿਹੜੇ ਕਹਿੰਦੇ ਸੀ ਵੀ ਪੈਸਿਆਂ ਵਾਲੀਆਂ ਗੱਲਾਂ, ਜੇ ਨਾਨਕਸਰ ਵਾਲੇ ਪਾਸਿਓਂ ਕੋਈ ਬੋਲਿਆ ਵੀ ਇਹ ਪੈਸਿਆਂ ਦੀ ਖਰੀਦਾ ਫਰੋਤੀ ਫਲਾਣ ਜੋ ਵੀ ਹੋਇਆ, ਉਹ ਉਹਨਾਂ ਦੇ ਭੁਲੇਖੇ ਨਿਕਲ ਗਏ ਆ, ਸਾਰੇ ਹੀ ਨਿਕਲ ਗਏ ਆ ਵੀ ਹਰ ਵਿਕਾਊ ਨਹੀਂ ਹੁੰਦਾਗਾ। ਜੇ ਬਹਿਣਾ ਪਊਗਾ ਤਾਂ ਸੰਗਤ 'ਚ ਬਹਿ ਕੇ ਗੱਲ ਹੋਊਗੀ। ਪਿਛਲੇ ਕਮਰੇ ਬੜੇ ਜ਼ੋਰ ਲਾਏ ਆ, ਪਰ ਨਹੀਂ, ਉਹਨਾਂ ਦੇ ਵੀ ਭੁਲੇਖੇ ਨਿਕਲ ਗਏ। ਜਿਹੜੇ ਸਾਡੇ ਬਾਰੇ ਵਿਚਾਰ, ਕੌਣ ਆ ਜਿਹੜੇ ਇਲਜ਼ਾਮ ਲਾਉਂਦੇ? ਮੈਂ ਅੱਗੇ ਬਾਬਾ ਜੀ ਨੂੰ ਪੁੱਛਿਆ ਸੀ, ਕਈ ਕਹਿੰਦੇ ਸੀ ਇਹਨਾਂ ਦੇ ਗੱਡੀ ਤੇ ਸਮਝੌਤਾ ਹੋ ਗਿਆ, ਪਰ ਅਸੀਂ ਵੀ ਅੱਜ ਸਵੇਰ ਦੇ ਹਾਜ਼ਰ ਸੀਗੇ, ਪੂਰੀ ਗੱਲ ਜਿਹੜੀ ਆ ਸਾਹਮਣੇ 100-150 ਸਿੰਘ ਬੈਠਾ ਸੀ। ਬਿਲਕੁਲ ਜੀ, ਦੇਖੋ ਓਪਨ ਗੱਲ ਹੋਈ ਆ। ਜਿਹੜਿਆਂ ਨੇ ਕਹਿਣਾ ਉਹਨਾਂ ਦਾ ਮੈਂ ਨਾਂ ਲੈ ਕੇ ਕੋਈ ਬਾਲੀ ਅਹਿਮੀਅਤ ਨਹੀਂ ਦੇਣਾ ਚਾਹੁੰਦਾ ਉਹਨਾਂ ਨੂੰ। ਜਿਹੜਾ ਉਹ ਕਹਿੰਦੇ ਸੀ ਉਹਨਾਂ ਦਾ ਭੁਲੇਖਾ ਨਿਕਲ ਗਿਆ ਵੀ ਇਹ ਜ਼ਮੀਰਾਂ ਵਿਕਾਊ ਨਹੀਂ ਹੈਗੀਆਂ, ਇਹ ਸਮਰਪਿਤ ਆ ਗੁਰੂ ਗ੍ਰੰਥ ਸਾਹਿਬ ਨੂੰ। ਤੇ ਜਿਹੜੇ ਨੇ ਵੀ ਇਲਜ਼ਾਮ ਲਾਉਣਾ ਉਹ ਸਬੂਤਾਂ ਦੇ ਆਧਾਰ ਤੇ ਜਿੱਦਣ ਮਰਜ਼ੀ ਲਾ ਦੇਵੇ, ਤੇ ਉਦਣ ਸਿਰ ਲੈ ਕੇ ਆਪਦਾ ਆ ਜਾਾਂਗੇ ਵੀ ਜੁੱਤੀਆਂ ਮਾਰੋ, ਸਾਡੇ ਤੋਂ ਇਹ ਹੋਈ ਆ। ਪਰ ਕਹਿਣ ਵਾਲਿਆਂ ਨੇ ਕਹਿਣਾ ਜੀ, ਕੋਈ ਗੱਲ ਨਹੀਂ ਗੀ। ਜਿੱਦਾਂ ਚਲੋ ਨਾਨਕਸਰ ਕਲੇਰਾਂ ਦੇ ਮੁਖੀ ਸਾਹਿਬਾਨ ਨੇ ਅੱਜ ਸਿੱਖ ਸੰਗਤ 'ਚ ਬੈਠ ਕੇ ਜਿਹੜੀ ਕੁਤਾਹੀ ਹੋਈ ਆ ਉਹਦੀ ਖਿਮਾ ਜਾਚਨਾ ਕੀਤੀ ਆ। ਬਹੁਤ ਸਾਰੇ ਹੋਰ ਵੀ ਡੇਰੇ ਆ ਜਿੱਥੇ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ, ਗੁਰਮਰਿਆਦਾ ਦੀ ਜਿਹੜੀ ਉਲੰਘਣਾ ਕੀਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਅਜਿਹਾ ਜਿਹੜਾ ਹੈਗਾ ਉਹ ਸੁਨੇਹਾ ਜਾਵੇ, ਜਾਂ ਅਜਿਹੀ ਕੋਈ ਟੀਮ ਵੀ ਬਣੇ, ਜਾਂ ਕੁਝ ਇਸ ਤਰ੍ਹਾਂ ਦਾ ਹੋਵੇ ਜਿਹਦੇ ਨਾਲ ਹਰ ਇੱਕ ਜਗ੍ਹਾ ਤੇ ਪੂਰਨ ਤੌਰ ਤੇ ਮਰਿਆਦਾ ਰਹੇ? ਕਿਉਂਕਿ ਨਾ ਕਈ ਥਾਂ ਤੇ ਕੁਝ ਇਦਾਂ ਦੇ ਕੰਮ ਹੋ ਰਹੇ ਨੇ, ਲੋਕਾਂ ਨੂੰ ਪਤਾ ਲੱਗਦਾ ਵੀ ਠੀਕ ਹੈ ਕਿ ਗਲਤ ਹੈ। ਨਹੀਂ ਜੀ, ਦੇਖੋ ਜਿਹੜਾ ਅਕਾਲ ਤਖਤ ਸਾਹਿਬ ਦਾ, ਉੱਥੇ ਅਸੀਂ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਪਰ ਜਿਹੜੇ ਸਾਡੇ ਜ਼ਿੰਮੇਦਾਰ ਉਹ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ, ਉੱਥੇ ਨਿਘਾਰ ਆ ਗਿਆ। ਸੋ ਉਹਦਾ ਕਰਕੇ ਜਦੋਂ ਪੰਥ ਦੇ ਵਿੱਚ ਜ਼ਿੰਮੇਵਾਰੀਆਂ ਪੈਣਗੀਆਂ, ਜਿਹੜੀ ਮਾਫੀ ਵਾਲੀ ਗੱਲ ਆ, ਸਰਸਾ ਸਾਧ ਨੂੰ ਅਜੇ ਤੱਕ ਬੜੇ ਵੱਡੇ ਮਸਲੇ ਆ। ਸੋ ਉਹਦਾ ਕਰਕੇ ਜਦੋਂ ਕੋਈ ਸਮਾਂ ਬਦਲੂਗਾ ਇਹ ਗੱਲਾਂ ਉਦੋਂ ਕਰਾਂਗੇ, ਜਦੋਂ ਸਾਨੂੰ ਪਤਾ ਲੱਗੂਗਾ ਵੀ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਬੈਠਾ ਤੇ ਕੌਮ ਉੱਥੇ ਜਾਊਗੀ ਵੀ ਸਾਡਾ ਜਥੇਦਾਰ ਅਕਾਲ ਤਖਤ ਸਾਹਿਬ ਤੇ ਬੈਠਾ ਤੇ ਫੈਸਲਾ ਠੋਕ ਕੇ ਕਰੂਗਾ ਜਿਹੜੇ ਬੰਦੇ ਨੇ ਗਲਤੀ ਕੀਤੀ ਹੋਊ। ਅੱਜ ਤਾਂ ਫਿਰ ਆਜ਼ਾਦੀਆਂ ਜੀ ਕੋਈ ਜਾਵੇ ਮਾਫੀਆਂ ਬਿਨਾਂ ਗੱਲ ਤੋਂ ਹੀ ਆ, ਹਨਾ ਜੀ।
ਅੱਜ ਮੁਖੀ ਸਾਹਿਬਾਨ ਨੇ ਕਿਹਾ ਵੀ ਜਿਹੜੇ ਵੀ ਸਿੰਘ ਉਸ ਦਿਨ ਉਸ ਕੁਤਾਹੀ ਦੇ ਵਿੱਚ ਮੌਜੂਦ ਸੀ ਉਹ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਯਾਚਨਾ ਕਰਨ। ਬਿਲਕੁਲ ਜੀ, ਉਹ ਕਹਿੰਦੇ ਵੀ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਯਾਚਨਾ ਕਰਨਗੇ ਤੇ ਉਹ ਫਰਜ਼ ਵੀ ਬਣਦਾ, ਕੋਈ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਉਹਨਾਂ ਨੇ। ਤੁਸੀਂ ਮੀਡੀਆ ਵੀ ਸਾਰਾ ਉੱਥੇ ਨਾਲ ਰਿਹਾ ਜਦੋਂ ਖੁੱਲੀ ਗੱਲਬਾਤ ਚੱਲੀ ਆ, ਟੋਟਲ ਮੀਡੀਆ ਨਾਲ ਰਿਹਾ, ਜਿਹੜਾ ਤੁਸੀਂ ਵੀ ਸੀਗੇ ਸਾਰੇ, ਕੋਈ ਉਹਦੇ ਵਿੱਚ ਜਿਹੜਾ ਹੈਗਾ ਚੜ੍ਹਦੀ ਕਲਾ ਵਾਲਾ ਫੈਸਲਾ ਆਇਆ, ਜਿਹਨੇ ਕਿੰਤੂ ਕਰਨਾ ਉਹਨੇ ਕਰਦੇ ਹੀ ਰਹਿਣਾ ਜੀ।